ਗੁਰੂ ਪਿਆਰ ਵਾਲਿਓ, ਜਪਜੀ ਸਾਹਿਬ ਦੀ ਬਾਣੀ ਦੇ ਅਸੀਂ ਦਰਸ਼ਨ ਕਰ ਰਹੇ ਹਾਂ। ਅਸੀਂ ਮੰਨੈ ਸੁਰਤ ਹੋਵੈ ਮਨ ਬੁੱਧ, ਇਸ ਪੌੜੀ ਨੂੰ ਸੰਖੇਪ ਦੇ ਵਿੱਚ ਕੱਲ ਸਾਂਝਾ ਕੀਤਾ ਸੀ। ਅੱਜ ਇਸ ਤੋਂ ਅੱਗੇ ਪਾਠ ਦੀ ਆਰੰਭਤਾ ਹੋਣ ਜਾ ਰਹੀ ਹੈ ਜੀ। ਆਓ 14 ਨੰਬਰ ਪੌੜੀ ਤੋਂ ਪਾਠ ਨਾਲ ਜੁੜੀਏ ਜੀ। मन्नै मार्ग ठाक न पाए, मैं मार्ग ठाक न पाए। मन्नै पतसियों पर गट जाए, मन्नै पतस्यों पर गट जाए। मन्नै मग न चलै पंथ, मन्नै मग न चलै पंथ। मन्नै धर्म सिति संबंध, मन्नै धर्म सिति संबंध। ऐसा नाम निरंजन होए, ऐसा नाम निरंजन होए। जे को मन जाने मन कोय, जे को मन जाने मन कोय। मन्नै पावै मोख दुआर, मन्नै पावै मोख द्वार। मन्नै परवारै साधार, मन्नै परवार साधार। मन्नै तरै तारे गुर सिख, मन्नै तरै तारे गुर सिख। मन्नै नानक पवै न पिख, मन्नै नानक भवै न भिख। ऐसा नाम निरंजन होए, ऐसा नाम निरंजन होए। जे को मन जाने मन कोय, जे को मन जाने मन कोए। सतगुरां दे सन्मुख बैठे गुरु सवारे सत संगी जनों, भागां वाले हो जो कि नितां प्रति सਮਾਂ ਕੱਢ ਕੇ ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਮਨੁੱਖਾ ਜੀਵਨ ਸਫਲਾ ਕਰ ਰਹੇ ਹੋ। ਲੜੀਵਾਰ ਜੋ ਜਪਜੀ ਸਾਹਿਬ ਦੀ ਵਿਚਾਰ ਚੱਲ ਰਹੀ ਹੈ, ਉਹਦੀ ਆਪ ਜੀ 14ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਮੇਰੇ ਮਾਲਕ ਸਤਿਗੁਰੂ ਜੀ ਇਸ ਪੌੜੀ ਵਿੱਚ ਬਖਸ਼ਿਸ਼ ਕਰ ਰਹੇ ਨੇ। ਗੁਰਦੇਵ ਕਹਿੰਦੇ ਨੇ, ਜੇ ਮਨੁੱਖ ਦਾ ਮਨ ਨਾਮ ਵਿੱਚ ਪਤੀਤ ਜਾਏ ਤਾਂ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਕੋਈ ਵੀ ਰੁਕਾਵਟ ਜਿਹੜਾ ਹੈ ਉਹ ਪੈਦਾ ਨਹੀਂ ਹੁੰਦੀ। ਮੰਨੈ ਮਾਰਗ ਠਾਕ ਨਾ ਪਾਏ। ਮਨ ਜਿਹੜਾ ਨਾਮ ਵਿੱਚ ਜਦੋਂ ਪਤੀਤ ਜਾਂਦਾ ਹੈ ਤਾਂ ਕੋਈ ਰੁਕਾਵਟ ਨਹੀਂ ਹੈ, ਤੇ ਜੇ ਨਾਮ ਵਿੱਚ ਨਾ ਪਤੀਜਿਆ ਤੇ ਫਿਰ ਰੁਕਾਵਟਾਂ ਹੀ ਰੁਕਾਵਟਾਂ ਨੇ। ਤੇ ਰੁਕਾਵਟਾਂ ਵੀ ਬਹੁਤ ਸਾਰੀਆਂ ਤੇ ਰੁਕਾਵਟਾਂ ਪੈਦਾ ਕਰਨ ਵਾਲੇ ਵੀ ਬਹੁਤ ਸਾਰੇ ਨੇ, ਇੱਕ ਦੋ ਨਹੀਂ ਹੈ। ਅਵਰ ਪੰਚ ਹਮ ਏਕ ਜਨਾ, ਮਾਰੈ ਲੂਟੈ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ। ਭਈ ਉਹ ਤੇ ਪੰਜ ਨੇ, ਅਸੀਂ ਇਕੱਲੇ ਪੈ ਗਏ ਆ, ਤੇ ਉਹ ਕਦੇ ਕੋਈ ਰੁਕਾਵਟ ਖੜੀ ਕਰ ਦਿੰਦੇ ਨੇ, ਕਦੇ ਕੋਈ ਰੁਕਾਵਟ ਖੜੀ ਕਰ ਦਿੰਦੇ ਨੇ, ਕਦੇ ਕੋਈ ਸਮੱਸਿਆ ਖੜੀ ਕਰ ਦਿੰਦੇ ਨੇ, ਕਦੇ ਕੋਈ ਸਮੱਸਿਆ ਖੜੀ ਕਰ ਦਿੰਦੇ ਨੇ। ਅਧਿਆਤਮਿਕ ਮਾਰਗ ਵਿੱਚ ਚੇਤੇ ਰੱਖਣਾ, ਰੁਕਾਵਟਾਂ ਪੈਦਾ ਕਰਨ ਵਾਲੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੀ ਨੇ। ਬਸ ਜੇ ਮਨੁੱਖ ਦਾ ਮਨ ਜਿਹੜਾ ਨਾਮ ਵਿੱਚ ਪਤੀਤ ਜਾਏ ਨਾ, ਤੇ ਇਹਨਾਂ ਨੂੰ ਕਾਬੂ ਕਰਨ ਦਾ ਢੰਗ ਆ ਜਾਏ, ਇਹਨਾਂ ਨੂੰ ਕੰਟਰੋਲ ਕਰਨ ਦਾ ਤਰੀਕਾ ਆ ਜਾਏ, ਤੇ ਫਿਰ ਕੋਈ ਰੁਕਾਵਟਾਂ ਨਹੀਂ ਆਉਂਦੀਆਂ। ਇਹਦਾ ਮਤਲਬ ਅਸੀਂ ਆਪਣੀ ਸਮੱਸਿਆ ਦਾ ਹੱਲ ਅੱਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪੁੱਛ ਲਿਆ, ਸਿੱਖ ਲਿਆ। ਤੇ ਜੇ ਅੱਜ ਤੋਂ ਬਾਅਦ ਵੀ ਕੋਈ ਮਨੁੱਖ ਇਹਨਾਂ ਵਿੱਚ ਗਲਤਾਨ ਰਵੇ ਤੇ ਸਮਝ ਲੈਣਾ ਉਹਨੇ ਹਜੇ ਗੁਰੂ ਸਾਹਿਬ ਦੀ ਸਿੱਖਿਆ ਨੂੰ ਪ੍ਰਾਪਤ ਨਹੀਂ ਕੀਤਾ ਹੈਗਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਮੰਨੈ ਪਤ ਸਿਉ ਪ੍ਰਗਟ ਜਾਏ। ਕਹਿਣ ਲੱਗੇ ਭਾਈ, ਉਹ ਸੰਸਾਰ ਵਿੱਚ ਸੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਇਸ ਸੰਸਾਰ ਤੋਂ। ਜਿਹਨੇ ਆਪਣੇ ਮਨ ਨੂੰ ਪ੍ਰਭੂ ਦੇ ਨਾਮ ਵਿੱਚ ਜੋੜ ਲਿਆ,
ਆਪਣੇ ਮਨ ਨੂੰ ਜਿਹੜਾ ਹੈ ਨਾਮ ਵਾਲੇ ਪਾਸੇ ਲਾ ਲਿਆ, ਜਿਸ ਦਾ ਮਨ ਨਾਮ ਵਿੱਚ ਪਤੀਸ ਗਿਆ ਉਹ ਪਤ ਸੇਤੀ ਜਾਂਦਾ ਹੈ। ਹਰ ਇੱਕ ਬੰਦਾ ਚਾਹੁੰਦਾ ਹੈ, ਹਰ ਇੱਕ ਬੰਦਾ ਚਾਹੁੰਦਾ, ਹਰ ਇੱਕ ਬੰਦੇ ਦੀ ਭਾਵਨਾ ਹੁੰਦੀ ਮੈਂ ਇੱਜ਼ਤ ਸਹਿਤ ਜਾਵਾਂ, ਜਿੱਥੇ ਵੀ ਜਾਵਾਂ ਮੈਨੂੰ ਇੱਜ਼ਤ ਮਿਲੇ, ਮਾਣ ਮਿਲੇ। ਹਰ ਇੱਕ ਬੰਦਾ ਚਾਹੁੰਦਾ ਹੈ ਨਾ। ਤੇ ਅਸੀਂ ਚਾਹੁੰਦੇ ਹਾਂ ਕਿ ਵਾਹਿਗੁਰੂ ਜੀ ਦੇ ਦਰਬਾਰ ਦੇ ਵਿੱਚ, ਵਾਹਿਗੁਰੂ ਜੀ ਦੀ ਗੋਦ ਵਿੱਚ ਅਸੀਂ ਇੱਜ਼ਤ ਸਹਿਤ ਜਾਈਏ। ਤੇ ਇੱਜ਼ਤ ਸਹਿਤ ਜਾਣ ਦਾ ਜਿਹੜਾ ਢੰਗ ਹੈ ਉਹ ਇਹ ਤੇ ਨਹੀਂ ਨਾ ਕਿ ਗੱਲ ਸੰਗਲ ਘੱਤ ਚਲਾਇਆ, ਉਹ ਤਾਂ ਜ਼ਬਰਦਸਤੀ ਲਿਜਾਣ ਵਾਲੀ ਗੱਲ ਹੈ ਨਾ। ਫਿਰ ਉਹ ਤੇ ਸੰਗਲ ਪਾ ਕੇ ਲਿਜਾਣ ਵਾਲੀ ਗੱਲ ਹੈ। ਤੇ ਜਿਹੜਾ ਆਪ ਖੁਸ਼ੀ ਖੁਸ਼ੀ ਜਾਣਾ ਚਾਹੁੰਦਾ ਹੈ, ਜਿਹਨੇ ਤਿਆਰੀ ਕਰ ਲਈ, ਜਿਹਨੇ ਹੋਮਵਰਕ ਆਪਣਾ ਕੰਪਲੀਟ ਕਰ ਲਿਆ, ਤੇ ਉਹ ਫਿਰ ਬੜੇ ਮਾਣ ਨਾਲ ਜਾਂਦਾ ਹੈ। ਕੌਣ ਜਾਂਦਾ? ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਉਹਨੇ ਆਪਣਾ ਜਨਮ ਸਵਾਰ ਲਿਆ। ਉਹਨੂੰ ਪਤਾ ਹੈ ਵੀ ਮੈਂ ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਮੰਨਿਆ, ਆਪਣੇ ਜੀਵਨ ਵਿੱਚ ਆਪਣੇ ਮਨ ਨੂੰ ਨਾਮ ਵਿੱਚ ਪਤਿਆ ਲਿਆ ਹੈ, ਤੇ ਹੁਣ ਮੈਨੂੰ ਕੋਈ ਮੁਸ਼ਕਲ ਨਹੀਂ ਹੈਗੀ ਹੈ। ਪਾਤਸ਼ਾਹ ਕਹਿੰਦੇ ਨੇ ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਮੰਦ। ਗੁਰਦੇਵ ਕਹਿੰਦੇ ਨੇ ਯਾਦ ਰੱਖੋ ਕਿ ਉਹ ਮਨੁੱਖ ਦਾ ਧਰਮ ਨਾਲ ਸਿੱਧਾ ਰਾਬਤਾ ਕਾਇਮ ਹੋ ਜਾਂਦਾ ਹੈ। ਫਿਰ ਉਹ ਦੁਨੀਆ ਦੇ ਵੱਖ-ਵੱਖ ਮਜ਼ਹਬਾਂ ਦੇ ਦੱਸੇ ਰਸਤਿਆਂ ਤੇ ਨਹੀਂ ਤੁਰਦਾ ਹੈ। ਉਹਨੂੰ ਇਉਂ ਪਤਾ ਲੱਗ ਜਾਂਦਾ ਹੈ ਵੀ ਕੋਈ ਮਾਰਗ ਕੋਈ ਦੱਸ ਰਿਹਾ, ਕੋਈ ਮਾਰਗ ਕੋਈ ਦੱਸ ਰਿਹਾ, ਕੋਈ ਹੋਰ ਦੱਸ ਰਿਹਾ। ਅੱਜ ਕੋਈ ਕੁਝ ਹੋਰ ਦੱਸਦਾ ਹੈ, ਕੱਲ੍ਹ ਕੋਈ ਕੁਝ ਹੋਰ ਦੱਸਦਾ ਹੈ। ਕਹਿਣ ਲੱਗੇ ਨਹੀਂ, ਉਹਦਾ ਸਿੱਧਾ ਸੰਬੰਧ ਜਿਹੜਾ ਹੈ ਧਰਮ ਨਾਲ ਨਾਤਾ ਜੁੜ ਜਾਂਦਾ ਹੈ। ਉਹਨੂੰ ਆਪਣੇ ਫਰਜ਼ ਦੀ ਪਹਿਚਾਣ ਹੋ ਜਾਂਦੀ ਹੈ। ਧਰਮ ਕੀ ਹੈ? ਫਰਜ਼। ਉਹਨੂੰ ਆਪਣੇ ਪ੍ਰਯੋਜਨ ਦਾ, ਇਸ ਸੰਸਾਰ ਵਿੱਚ ਆਉਣ ਦਾ ਪਤਾ ਲੱਗ ਜਾਂਦਾ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉਸ ਦੇ ਅੰਦਰ ਇਹ ਵਿਕਪਤਾ ਜਿਹੜਾ ਹੈ ਉਹ ਨਹੀਂ ਰਹਿੰਦਾ ਹੈ ਕਿ ਇਹ ਰਸਤਾ ਚੰਗਾ ਹੈ, ਇਹ ਮੰਦਾ ਹੈਗਾ। ਕਿਉਂਕਿ ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਉਹ ਐਡਾ ਉੱਚਾ ਹੈ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਇਹ ਗੱਲ ਤਾਂ ਹੀ ਸਮਝ ਆਉਂਦੀ ਹੈ ਜੇ ਮਨੁੱਖ ਆਪਣੇ ਮਨ ਦੇ ਵਿੱਚ ਹਰੀ ਨਾਮ ਦੀ ਲਗਨ ਪੈਦਾ ਕਰ ਲਵੇ। ਤੇ ਗੁਰਦੇਵ ਪਾਤਸ਼ਾਹ ਫਿਰ ਅੱਗੇ ਕਹਿੰਦੇ ਨੇ ਭਾਈ ਜਿਸ ਨੇ ਆਪਣੇ ਅੰਦਰ ਲਗਨ ਪੈਦਾ ਕਰ ਲਈ, ਆਪਣੇ ਅੰਦਰ ਜਿਹੜਾ ਹੈ ਉਹਨੂੰ ਮਨ ਕਰਕੇ ਮੰਨ ਲਿਆ, ਤੇ ਸਤਿਗੁਰੂ ਕਹਿੰਦੇ ਨੇ ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਗੁਰਦੇਵ ਪਾਤਸ਼ਾਹ ਕਹਿੰਦੇ ਜਿਹਨੇ ਆਪਣੇ ਅੰਦਰ ਲਗਨ ਪੈਦਾ ਕੀਤੀ ਨਾ, ਉਹਨੇ ਮੋਖ ਦੁਆਰਾ ਪ੍ਰਾਪਤ ਕਰ ਲਿਆ। ਮੋਖ ਦੁਆਰਾ ਭਾਵ ਕੂੜ ਤੋਂ ਉਹਦੀ ਖਲਾਸੀ ਹੋ ਗਈ, ਵਿਕਾਰਾਂ ਤੋਂ ਉਹਦੀ ਮੁਕਤੀ ਹੋ ਗਈ। ਵਿਕਾਰ ਉਸ ਨੂੰ ਜਿਹੜਾ ਹੈ ਬੰਧਨ ਨਹੀਂ ਪਾ ਸਕਦੇ, ਉਹਨੂੰ ਕੂੜ ਤੋਂ ਖਲਾਸੀ ਦਾ ਜਿਹੜਾ ਰਾਹ ਹੈ ਉਹ ਲੱਭ ਜਾਂਦਾ ਹੈ। ਗੁਰਦੇਵ ਕਹਿੰਦੇ ਨੇ ਇਹੋ ਜਿਹਾ ਮਨੁੱਖ ਆਪਣੇ ਪਰਿਵਾਰ ਨੂੰ ਵੀ ਅਕਾਲ ਪੁਰਖ ਦੀ ਟੇਕ ਦ੍ਰਿੜ ਕਰਵਾਉਂਦਾ ਹੈ। ਮੰਨੈ ਪਰਵਾਰੈ ਸਾਧਾਰ। ਵੀ ਇਹੋ ਜਿਹਾ ਮਨੁੱਖ ਕੇਵਲ ਆਪ ਹੀ ਨਹੀਂ ਉਹਦੇ ਨਾਮ ਵਿੱਚ ਲਗਨ ਲਾਉਂਦਾ, ਉਹ ਆਪਣੇ ਬੱਚਿਆਂ ਨੂੰ ਵੀ ਕਹਿੰਦਾ ਹੈ ਤੂੰ ਵੀ ਪਰਮੇਸ਼ਰ ਦੇ ਨਾਮ ਵਿੱਚ ਧਿਆਨ ਜੋੜ, ਤੂੰ ਵੀ ਨਾਮ ਜਪ, ਤੂੰ ਵੀ ਜਪਜੀ ਪੜ੍ਹ। ਉਹ ਜ਼ਿੰਮੇਵਾਰੀ ਨੂੰ ਸਮਝਦਾ ਹੈ। ਔਰ ਯਾਦ ਰੱਖਣਾ ਨੈਤਿਕ ਤੌਰ 'ਤੇ ਸਾਡੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਜਿਹੜਾ ਹੈ ਆਪਣੇ ਪਰਿਵਾਰ ਨੂੰ ਵੀ ਗੁਰਬਾਣੀ ਵਾਲੇ ਪਾਸੇ ਲਾਈਏ, ਗੁਰਮਤਿ ਵਾਲੇ ਪਾਸੇ ਲਾਈਏ। ਅੱਜ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਨਾ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਪਹਿਲਾ ਪ੍ਰਕਾਸ਼ ਪੁਰਬ ਹੈ ਇਹ ਮਨਾਇਆ ਤਦੇ ਸਫਲ ਹੈ ਜੇ ਅਸੀਂ ਆਪਣੇ ਬੱਚਿਆਂ ਨੂੰ ਗੁਰਦੇਵ ਦੇ ਚਰਨੀ ਲਾਈਏ, ਸਤਿਗੁਰੂ ਜੀ ਦੀ ਬਾਣੀ ਦਾ ਸਹਿਜ ਪਾਠ ਕਰਨਾ ਸਿਖਾਈਏ। ਯਾਦ ਰੱਖਣਾ ਸਾਡੇ ਧਰਮ ਦਾ ਸਾਹਿਤ ਉਹ ਇਹ ਗੱਲ ਚੇਤੇ ਕਰਾਉਂਦਾ ਹੈ ਵੀ ਤੇਰਾ ਇਹ ਫਰਜ਼ ਬਣਦਾ ਹੈ ਕਿ ਸਿੱਖ ਸਿੱਖਣੀ ਮਿਲ ਬਹਿ, ਚਰਚਾ ਕਰੇ ਅਪਾਰ, ਭਜਨ ਸਿਖਾਵੇ ਪੁੱਤ ਕੋ ਨਿਤ ਭਜ ਬਾਰੰਬਾਰ। ਪਾਤਸ਼ਾਹ
ਜੋ ਗੱਲ ਕਹਿ ਰਹੇ ਨੇ ਨਾ ਕਿ ਮੰਨੈ ਪਰਵਾਰੈ ਸਾਧਾਰ, ਯਾਦ ਰੱਖਣਾ ਸਿੱਖ ਇਤਿਹਾਸ ਕਹਿੰਦਾ ਹੈ ਕਿ ਵੀ ਤੁਹਾਨੂੰ ਦੋਵੇਂ ਜੀਆਂ ਨੂੰ ਜਿਹੜਾ ਇਕੱਠੇ ਬੈਠਣਾ ਚਾਹੀਦਾ ਹੈ। ਸਿੱਖ ਸਿੱਖਣੀ ਮਿਲ ਬਹਿ, ਦੋਵੇਂ ਜੀ ਇਕੱਠੇ ਬੈਠੋ ਤੇ ਇਕੱਠਿਆਂ ਬੈਠ ਕੇ ਦੋਵੇਂ ਜੀ ਰਹਿਰਾਸ ਸਾਹਿਬ ਦਾ ਪਾਠ ਕਰੋ, ਇਕੱਠਿਆਂ ਬੈਠ ਕੇ ਮਾਲਕ ਦਾ ਭਜਨ ਕਰੋ, ਇਕੱਠਿਆਂ ਬੈਠ ਕੇ ਘਰ ਦੇ ਵਿੱਚ ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹੋ, ਘਰ ਦੇ ਵਿੱਚ ਬੈਠ ਕੇ ਭਾਈ ਮਨੀ ਸਿੰਘ ਦਾ ਇਤਿਹਾਸ ਪੜ੍ਹੋ। ਸਾਡੇ ਬੱਚਿਆਂ ਨੂੰ ਪਤਾ ਲੱਗੇ ਸਾਡਾ ਵਿਰਸਾ ਕਿੰਨਾ ਕੀਮਤੀ ਹੈਗਾ, ਸਾਡੇ ਬੱਚਿਆਂ ਨੂੰ ਪਤਾ ਲੱਗੇ ਸ਼ਾਹਬਾਜ਼ ਸਿੰਘ ਦੀ ਸ਼ਹਾਦਤ ਕਿਸ ਕਾਰਨ ਹੋਈ, ਸਾਡੇ ਬੱਚਿਆਂ ਨੂੰ ਪਤਾ ਲੱਗੇ ਸੁਬੇਗ ਸਿੰਘ ਜੀ ਦੀ ਸ਼ਹਾਦਤ ਕਿਸ ਕਰਕੇ ਹੋਈ। ਇਹ ਤਦੇ ਹੋ ਸਕਦਾ ਹੈ ਨਾ ਜੇ ਮਾਪੇ ਘਰ ਵਿੱਚ ਚਰਚਾ ਕਰਨਗੇ। ਸਾਡੇ ਬੱਚਿਆਂ ਨੂੰ ਸਾਰੀਆਂ ਰਿਸ਼ਤੇਦਾਰੀਆਂ ਪਰਿਵਾਰ ਬਾਰੇ ਕਿਵੇਂ ਪਤਾ ਲੱਗਦਾ ਹੈ? ਘਰ ਵਿੱਚ ਚਰਚਾ ਹੁੰਦੀ ਹੈ ਨਾ, ਤਦੇ ਪਤਾ ਲੱਗਦੀ ਹੈ। ਤੁਸੀਂ ਜਿਹੜੀ ਮਰਜ਼ੀ ਗੱਲ ਬੱਚਿਆਂ ਨੂੰ ਪੁੱਛ ਲਓ ਤੇ ਧਰਮ ਦੀ ਗੱਲ ਪੁੱਛੋ, ਟਾਵੇਂ ਟਾਵੇਂ ਪਰਿਵਾਰ ਨੇ ਗੁਰਸਿੱਖ ਜਿਨ੍ਹਾਂ ਦੇ ਘਰ ਵਿੱਚ ਧਰਮ ਦੀ ਚਰਚਾ ਹੁੰਦੀ ਹੈ, ਔਰ ਜਿਨ੍ਹਾਂ 'ਚ ਹੁੰਦੀ ਹੈ ਉਹ ਮੁਬਾਰਕ ਹੈ। ਉਹਨਾਂ ਦੇ ਬੱਚਿਆਂ ਦਾ ਤੁਸੀਂ ਸਰੂਪ ਤੱਕੋਗੇ, ਉਹਨਾਂ ਦੇ ਬੱਚਿਆਂ ਦੀ ਬੋਲ ਬਾਣੀ ਵੇਖੋਗੇ, ਉਹ ਗੁਰਮਤਿ ਅਨੁਸਾਰ ਹੋਏਗੀ, ਕਿਉਂਕਿ ਉਹਨਾਂ ਦੇ ਮਾਪਿਆਂ ਨੇ ਆਪਣੇ ਫਰਜ਼ ਨੂੰ ਪਹਿਚਾਣਿਆ ਹੈ। ਸਿੱਖ ਸਿੱਖਣੀ ਮਿਲ ਬਹਿ ਚਰਚਾ ਕਰੇ ਅਪਾਰ, ਭਜਨ ਸਿਖਾਵੇ ਪੁੱਤਰ ਕੋ ਨਿਤ ਭਜ ਬਾਰੰਬਾਰ। ਉਹ ਆਪਣੇ ਪੁੱਤ ਨੂੰ ਭਜਨ ਸਿਖਾਉਂਦੇ ਨੇ ਤੇ ਉਹ ਮਾਂ ਸ਼ੇਖ ਬਾਬਾ ਫਰੀਦ ਜੀ ਦੀ ਹੁੰਦੀ ਹੈ, ਜਿਹੜੀ ਕਹਿੰਦੀ ਹੈ ਪੁੱਤ ਨਵਾਜ਼ ਅਦਾ ਕਰਿਆ ਕਰ, ਅੱਲਾਹ ਤਾਲਾ ਬੜੀਆਂ ਬਖਸ਼ਿਸ਼ਾਂ ਦੇਵੇਗਾ, ਬਹੁਤ ਕੁਝ ਦੇਵੇਗਾ। ਬਾਬਾ ਫਰੀਦ ਸਾਹਿਬ ਜੀ ਜਿਹੜਾ ਹੈ ਉਹ ਇੱਥੋਂ ਤੱਕ ਪਹੁੰਚ ਗਏ ਕਿ ਅੱਜ ਗੁਰੂ ਨਾਨਕ ਸਾਹਿਬ ਨੂੰ ਅਸੀਂ ਸਿਜਦਾ ਕਰਦੇ ਹਾਂ ਨਾ, ਤੇ ਬਾਬਾ ਫਰੀਦ ਸਾਹਿਬ ਨੂੰ ਵੀ ਅਸੀਂ ਸਿਜਦਾ ਕਰਦੇ ਹਾਂ, ਕਿਉਂਕਿ ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈਗੀ ਹੈ। ਸੋ ਗੁਰੂ ਸਵਾਰਿਓ, ਇਹ ਹੈ ਫਰਜ਼ ਕਿ ਪਰਿਵਾਰ ਨੂੰ ਵੀ ਅਕਾਲ ਪੁਰਖ ਦੀ ਟੇਕ ਉਹ ਦ੍ਰਿੜ ਕਰਾਉਂਦਾ ਹੈ। ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਆ ਜਾਣ ਤਾਂ ਵੀ ਬੱਚੇ ਨੂੰ ਕਹਿੰਦਾ ਬੇਟਾ ਤੂੰ ਅਕਾਲ ਪੁਰਖ ਦੇ ਨਾਮ ਦੀ ਟੇਕ ਲੈਣੀ ਹੈ। ਨਾਮ ਵਿੱਚ ਮਨ ਪਤੀਜਣ ਕਰਕੇ ਹੀ ਸਤਿਗੁਰੂ ਆਪ ਵੀ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦਾ ਹੈ ਤੇ ਸਿੱਖਾਂ ਨੂੰ ਵੀ ਪਾਰ ਲੰਘਾਉਂਦਾ ਹੈ। ਨਾਮ ਵਿੱਚ ਮਨ ਜੁੜਨ ਕਰਕੇ ਗੁਰਦੇਵ ਕਹਿੰਦੇ ਨੇ ਹੇ ਨਾਨਕ ਮਨੁੱਖ ਧਿਰ ਧਿਰ ਦੀ ਮੁਹਤਾਜੀ ਨਹੀਂ ਸਹਾਰਦਾ ਹੈਗਾ। ਮੰਨੈ ਤਰੈ ਤਾਰੇ ਗੁਰ ਸਿੱਖ, ਥੋੜਾ ਥੋੜਾ ਸਾਰਿਆਂ ਤੇ ਰੁਕਣਾ ਹੈਗਾ। ਮੰਨੈ ਨਾਨਕ ਭਵੈ ਨਾ ਭਿਖ, ਉਹਨੂੰ ਕੋਈ ਭਿੱਖਿਆ ਦੀ ਲੋੜ ਨਹੀਂ, ਕੋਈ ਧਿਰ ਧਿਰ ਦੀ ਮੁਹਤਾਜੀ ਦੀ ਲੋੜ ਨਹੀਂ, ਕਿਉਂਕਿ ਉਹਦੇ ਜੀਵਨ ਵਿੱਚ ਬੜਾ ਸਬਰ ਤੇ ਸੰਤੋਖ ਆ ਜਾਂਦਾ ਹੈ। ਉਹ ਅੱਧੀ ਖਾ ਕੇ ਹੀ ਗੁਜ਼ਾਰਾ ਕਰ ਲੈਂਦਾ, ਕਿਸੇ ਦੀ ਮੁਹਤਾਜੀ ਨਹੀਂ, ਉਹਨੂੰ ਕੇਵਲ ਨਾਮ ਦੀ ਟੇਕ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਭਾਈ ਕੋਈ ਲਗਨ ਲਾ ਕੇ ਮਨ ਲਵੇ, ਕੋਈ ਜਿਹੜਾ ਮਨ ਕਰਕੇ ਮਨ ਲਵੇ, ਫਿਰ ਪਤਾ ਲੱਗੇਗਾ ਉਹ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਜੋ ਸਭ ਤੋਂ ਉੱਚਾ ਹੈ, ਉਹ ਮਾਇਆ ਦੀ ਕਾਲਕ ਤੋਂ ਰਹਿਤ ਹੈ। ਆਓ ਮੰਨੇ ਦੀ ਮਹਾਨਤਾ ਕੀ ਹੈ ਇਹਨਾਂ ਪੌੜੀਆਂ ਦੇ ਵਿੱਚ ਸਤਿਕਾਰਯੋਗ ਵੀਰ ਜੀ ਆਪ ਜੀ ਨੂੰ ਚਾਨਣ ਪਾਉਣਗੇ ਜੀ। ਹਰ ਇੱਕ ਕੰਮ ਕੁਝ ਨਾ ਕੁਝ ਰੁਕਾਵਟਾਂ ਲੈ ਕੇ ਬੈਠਾ ਹੈ। ਉਹ ਰੁਕਾਵਟਾਂ ਤਾਂ ਦੂਰ ਹੋਣਗੀਆਂ ਜੇ ਕਿਸੇ ਸਿਆਣੇ ਕੋਲੋਂ ਸੁਣ ਕੇ ਉਹਦੀ ਗੱਲ ਮੰਨਾਂਗੇ। ਗੱਡੀ ਹਰੇਕ ਘਰ 'ਚ ਹੋ ਸਕਦੀ ਹੈ, ਪਰ ਹਰ ਬੰਦਾ ਗੱਡੀ ਚਲਾ ਨਹੀਂ ਸਕਦਾ। ਕਿਉਂ ਭਲਾ? ਕਿਉਂਕਿ ਇਹ 'ਚ ਕਈ ਰੁਕਾਵਟਾਂ ਹੈ। ਉਹਦੇ ਲਈ ਪਹਿਲਾਂ ਤੁਹਾਨੂੰ ਕਿਸੇ ਸਿਆਣੇ ਦੀਆਂ ਗੱਲਾਂ ਮੰਨਣੀਆਂ ਪੈਣਗੀਆਂ, ਤਾਂ ਉਹ ਗੱਡੀ ਠੀਕ ਢੰਗ ਨਾਲ ਚੱਲੇਗੀ, ਨਹੀਂ ਤੇ ਰੁਕਾਵਟ ਹੈ। ਆਪ ਵੀ ਮਰਾਂਗੇ, ਦੂਜਿਆਂ ਨੂੰ ਵੀ ਮਾਰਾਂਗੇ। ਕੋਈ ਵੀ ਐਸਾ ਕੰਮ ਨਹੀਂ ਹੈ ਜਿਹਦੇ ਵਿੱਚ ਰੁਕਾਵਟ ਨਾ ਹੋਵੇ। ਚਲੋ ਮੈਂ ਇੱਕ ਉਦਾਹਰਨ ਦੇਵਾਂ, ਸੌਖੀ ਘਰੇਲੂ ਉਦਾਹਰਨ, ਤਾਂ ਕਿ ਸਮਝ ਆ ਜਾਏ। ਪਕੌੜੇ ਸਭ ਨੇ ਖਾਧੇ ਹੋਣੇ ਹੈ। ਕਿੰਨਾ ਕੁ ਔਖਾ ਕੰਮ ਹੈ ਪਕੌੜੇ ਖਾਣੇ, ਬਹੁਤ ਸੌਖਾ ਕੰਮ ਹੈ। ਪਰ ਜੇ ਬਣਾਉਣ ਦੀ ਵਾਰੀ ਆਵੇ, ਫਿਰ ਹੁਣ ਬਣਾਉਣ ਲੱਗਿਆ ਮੇਰੇ ਵਰਗਾ ਕੋਈ ਲੈ ਪਕੌੜੇ ਬਣਾਉਣਾ ਕਿਹੜਾ ਔਖਾ ਕੰਮ, ਲਿਆ ਮੈਂ ਬਣਾਵਾਂ ਅੱਜ।
ਪਹਿਲੀ ਗੱਲ ਤਾਂ ਵੇਸਣ ਵਿੱਚ ਪਾਣੀ ਪਾਣ ਲੱਗੇ ਹੀ ਪਤਾ ਲੱਗ ਜਾਣਾ ਉਹਨੂੰ ਕਿੰਨਾ ਔਖਾ ਕੰਮ ਹੈ। ਜੇ ਕਿਤੇ ਜ਼ਿਆਦਾ ਪਾ ਦਿੱਤਾ ਤੇ ਬਿਲਕੁਲ ਹੀ ਕੰਮ ਖਰਾਬ, ਜੇ ਘੱਟ ਕਰ ਦਿੱਤਾ ਤਾਂ ਵੀ ਗੱਲ ਨਹੀਂ ਬਣੀ, ਫਿਰ ਉਹ ਚੰਗੀ ਤਰ੍ਹਾਂ ਮਿਕਸ ਕਰਨਾ ਨਾ ਆਇਆ ਤਾਂ ਵੀ ਕੰਮ ਖਰਾਬ। ਕਿਸੇ ਤਰੀਕੇ ਨਾਲ ਜੇ ਕੰਮ ਕਰ ਵੀ ਲਿਆ, ਚਲੋ ਲੂਣ ਮਿਰਚ ਪਾ ਵੀ ਲਈ, ਤੇ ਤਲਣ ਲੱਗਿਆ ਜੇ ਉਹਨੂੰ ਇਹੀ ਨਹੀਂ ਪਤਾ ਵੀ ਜਦੋਂ ਕੜਾਹੀ ਤੋਂ ਤੇਲ ਗਰਮ ਹੋ ਕੇ ਬਾਹਰ ਆਉਂਦਾ ਉਹਨੂੰ ਸਾਂਭਣਾ ਕਿਵੇਂ ਹੈ। ਘਬਰਾ ਕੇ ਜੇ ਕਿ ਨੰਗੇ ਹੱਥਾਂ ਨਾਲ ਕੜਾਹੀ ਫੜ ਲਈ ਨਾ ਤੇ ਹੱਥ ਹੀ ਸੜ ਜਾਣੇ ਉਸ ਦੇ। ਤੇ ਜੇ ਕਿਤੇ ਚੰਗੇ ਢੰਗ ਦੇ ਨਾਲ ਨਾ ਸੰਭਾਲ ਸਕਿਆ, ਘਬਰਾ ਗਿਆ, ਹੱਥ ਸੜਨ ਕਰਕੇ ਠੰਡਾ ਮਾਰ ਦਿੱਤਾ, ਤੇ ਉਹੀ ਗਰਮ ਤੇਲ ਆਪਣੇ ਉੱਤੇ ਵੀ ਪੈ ਸਕਦਾ ਹੈ। ਘਰ ਨੂੰ ਅੱਗ ਵੀ ਲੱਗ ਸਕਦੀ ਹੈ। ਤੇਲ ਡੁੱਲ ਗਿਆ, ਅੱਗ ਤੇਲ ਨੂੰ ਪੈ ਜਾਏਗਾ, ਘਰ ਨੂੰ ਅੱਗ ਲੱਗ ਸਕਦੀ ਹੈ। ਹੁਣ ਚੱਲਿਆ ਤੇ ਪਕੌੜੇ ਬਣਾਉਣ ਸੀ, ਘਰ ਹੀ ਫੂਕ ਲਿਆ ਉਸਨੇ। ਚਲੋ ਜੇ ਇਹ ਵੀ ਤੇਲ ਸਾਂਭ ਲਿਆ, ਅੱਗ ਕਿੰਨੀ 'ਚ ਬਣਾਉਣਾ ਹੈ, ਕਿਤੇ ਐਸਾ ਨਾ ਹੋਵੇ ਕਿ ਉੱਪਰੋਂ ਬਣ ਜਾਣ, ਵਿੱਚੋਂ ਕੱਚੇ ਹੀ ਰਹਿ ਜਾਣ। ਜੇ ਜ਼ਿਆਦਾ ਹੌਲੀ ਹੈ ਸਕਰੋੜ ਹੀ ਬਣ ਜਾਣ। ਕਹਿਣ ਦਾ ਮਤਲਬ ਹੈ ਬੜੀ ਨਿਗੂਣੀ ਜੀ ਦੇਖਣ ਵਾਲੀ ਚੀਜ਼, ਕਿੰਨੀਆਂ ਰੁਕਾਵਟਾਂ ਉਹਦੇ ਰਸਤੇ ਵਿੱਚ। ਕਿਸੇ ਸਿਆਣੇ ਕੋਲੋਂ ਪੁੱਛਣਾ ਪਏਗਾ, ਉਹਦੀ ਗੱਲ ਨੂੰ ਮੰਨ ਕੇ ਸਾਰਾ ਕੁਝ ਕਰਨਾ ਪਏਗਾ। ਪਾਣੀ ਪਾਣ ਤੱਕ ਵੀ ਉਹਨੂੰ ਪੁੱਛਣਾ ਪਏਗਾ ਕਿੰਨਾ ਪਾਵਾਂ, ਤਾਂ ਕਿਤੇ ਜਾ ਕੇ ਚੰਗੀ ਚੀਜ਼ ਬਣੇਗੀ। ਐਡੀ ਧਰਮ ਦੀ ਦੁਨੀਆ ਵਿੱਚ ਆ ਸਾਡਾ ਸਰੀਰ ਹੈ, ਸਾਡੀ ਜ਼ਿੰਦਗੀ ਹੈ। ਆਪਾਂ ਇਹ ਗਾਲ ਸੁੱਟਾਂਗੇ, ਬੜੀਆਂ ਰੁਕਾਵਟਾਂ ਇਹਦੇ ਵਿੱਚ। ਹੁਣੇ ਵੀਰ ਜੀ ਨੇ ਆਪ ਜੀ ਦੇ ਨਾਲ ਸਾਂਝ ਪਾਈ ਹੈ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਗਲ ਗਏ, ਸੜ ਗਏ। ਜੀਵਨ ਅਸੀਂ ਗਾਲ ਸਕਦੇ ਹਾਂ ਆਪਣਾ, ਤੇ ਉਹਦੇ ਲਈ ਕਿਵੇਂ ਜੀਣਾ ਚਾਹੀਦਾ, ਇਸ ਸੰਸਾਰ ਵਿੱਚ ਕਿਵੇਂ ਰਹਿਣਾ ਚਾਹੀਦਾ, ਗੁਰੂ ਦੀ ਗੱਲ ਮੰਨਣੀ ਪੈਣੀ ਹੈ, ਤਾਂ ਇਹ ਦੇਹੀ ਸਫਲ ਹੋਏਗੀ। ਇਸ ਕਰਕੇ ਮੇਰੇ ਮਾਲਕ ਨੇ ਕਹਿ ਦਿੱਤੀ ਇਹ ਗੱਲ, ਗੁਰ ਕੀ ਮਤ ਤੂੰ ਲੈ ਆਨੇ, ਗੁਰ ਕੀ ਮਤ ਤੂੰ ਲੈ ਆਨੇ, ਗੁਰ ਕੀ ਮਤ ਤੂੰ ਲੈ ਆਨੇ, ਗੁਰ ਕੀ ਮਤ ਤੂੰ ਲੈ ਆਨੇ। ਭਗਤ ਬਿਨਾ ਬੋਹ ਡੂਬੇ ਸਿਆਨੇ, ਭਗਤ ਬਿਨਾ ਬੋਹ ਡੂਬੇ ਸਿਆਨੇ, ਭਗਤ ਬਿਨਾ ਬੋ ਡੂਬੇ ਸਿਆਨੇ, ਭਗਤ ਬਿਨਾ ਬੋ ਡੂਬੇ ਸਿਆਨੇ। ਬੜਾ ਧਿਆਨ ਦਿਓ ਜੇ, ਸ਼ਬਦ ਵਰਤਿਆ ਸਿਆਨੇ, ਪਰ ਨਾਲ ਕਿਆ ਡੁੱਬ ਗਏ, ਕਿਉਂਕਿ ਗੁਰੂ ਦੀ ਗੱਲ ਮੰਨੀ ਨਹੀਂ ਹੈ। ਇਸ ਕਰਕੇ ਬੜੇ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ ਵੀ ਡੁੱਬ ਜਾਂਦੇ ਹਨ। ਧਰਮ ਦੀ ਦੁਨੀਆ ਵਿੱਚ ਬੰਦਾ ਕਹਿੰਦਾ ਦਾਨ ਕਰਨਾ ਚਾਹੀਦਾ। ਦਾਨ ਕਰਨਾ ਕਿੱਡਾ ਔਖਾ ਕੰਮ ਹੈ। ਜੇਬ 'ਚੋਂ ਪੈਸੇ ਕੱਢੋ, ਅਗਲੇ ਤੇਲੀ ਧਰੋ, ਚਲੋ ਜੀ ਕੰਮ ਹੋ ਗਿਆ, ਦਾਨ ਹੋ ਗਿਆ। ਅਸੀਂ ਕਹਿੰਦੇ ਬੜਾ ਸੌਖਾ ਕੰਮ ਹੈ, ਨਾ, ਔਖਾ ਕੰਮ ਹੈ ਇਹ ਵੀ। ਇਹ 'ਚ ਵੀ ਰੁਕਾਵਟਾਂ ਹੈ। ਇਹਦੀ ਉਦਾਹਰਨ ਲਈਏ, ਇੱਕ ਖੇਤੀਬਾੜੀ ਕਰਨ ਵਾਲਾ ਜ਼ਿਮੀਂਦਾਰ ਬੰਦਾ ਹੈ, ਬੀਜ ਦੀ ਪਹਿਚਾਣ ਚਾਹੀਦੀ ਹੈ ਉਸ ਨੂੰ। ਬੀਜ ਚੰਗਾ ਹੋਏਗਾ ਤਾਂ ਫਸਲ ਹੋਏਗੀ, ਜੇ ਬੀਜ ਚੰਗਾ ਨਾ ਹੋਇਆ ਸਭ ਕੁਝ ਬੇਕਾਰ। ਫਿਰ ਉਹਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਵੀ ਕਿਹੜੀ ਰੁੱਤ ਵਿੱਚ ਬੀਜ ਬੀਜਣਾ ਹੈ, ਕਿਹੜੀ ਧਰਤੀ 'ਤੇ ਬੀਜਣਾ ਹੈ। ਜੇ ਧਰਤੀ ਉਹ ਕੱਲਰ ਹੋਏਗੀ, ਉੱਥੇ ਜੋ ਮਰਜ਼ੀ ਬੀਜੀ ਜਾਓ, ਹੋਣਾ ਹੀ ਕੋਈ ਨਹੀਂ। ਫਿਰ ਉਸ ਤੋਂ ਬਾਅਦ ਉਸ ਫਸਲ ਨੂੰ ਬਿਮਾਰੀਆਂ ਲੱਗ ਸਕਦੀਆਂ। ਉਹਨਾਂ ਬਿਮਾਰੀਆਂ ਦਾ ਰੋਕਥਾਮ ਦਾ ਪ੍ਰਬੰਧ ਕਿਵੇਂ ਕਰਨਾ ਹੈ ਪਤਾ ਹੋਣਾ ਚਾਹੀਦਾ ਹੈ। ਉਹਨੂੰ ਜਾਨਵਰ ਖਾਣ ਵਾਸਤੇ ਆ ਸਕਦੇ ਹੈ, ਕਿਵੇਂ ਬਚਾਉਣਾ ਚਾਹੀਦਾ ਹੈ ਇਹ ਪਤਾ ਹੋਣਾ ਚਾਹੀਦਾ ਹੈ। ਬਿਲਕੁਲ ਇਸੇ ਢੰਗ ਦੇ ਨਾਲ ਦਾਨ ਕਰਨ ਵਾਸਤੇ ਵੀ ਸਭ ਕੁਝ ਕਰਨਾ ਚਾਹੀਦਾ। ਮੈਂ ਸ਼ਬਦ ਦਾਨ ਇਸ ਕਰਕੇ ਵਰਤ ਰਿਹਾ, ਵੈਸੇ ਗੁਰਮਤਿ ਵਿੱਚ ਸ਼ੇਅਰਿੰਗ ਹੈ, ਦਾਨ ਦਾ ਸੰਬੰਧ ਨਹੀਂ ਹੈ, ਆਪਾਂ ਸ਼ੇਅਰ ਕਰਦੇ ਹਾਂ। ਫਿਰ ਵੀ ਮੈਂ ਇੱਕ ਸ਼ਬਦ ਵਰਤ ਰਿਹਾ, ਕੋਈ ਧਰਮ ਦੀ ਦੁਨੀਆ ਵਿੱਚ ਦਾਨ ਦੀ ਗੱਲ ਚੱਲਦੀ ਹੈ। ਸਾਰਾ ਦਿਨ ਲੋਕਾਂ ਨੂੰ ਲੁੱਟ ਲੁੱਟ ਕੇ ਪੈਸੇ ਇਕੱਠੇ ਕਰ ਲਏ, ਕਿਉਂ ਜੀ? ਬੀਜ ਚੰਗਾ ਹੈ। ਸਾਰਾ ਦਿਨ ਲੁੱਟ ਲੁੱਟ ਕੇ ਆਪਣੀਆਂ ਤਿਜੋਰੀਆਂ ਭਰ ਲਈਆਂ, ਤੇ 1000 ਰੁਪਏ ਦਾ ਨੋਟ 1000 ਰੁਪਇਆ ਦੇਣ ਲੱਗਾ ਦਾਨ ਵਿੱਚ, ਕਿਉਂ ਜੀ? ਬੀਜ ਚੰਗਾ ਇਹ? ਨਹੀਂ, ਇਹ ਨਹੀਂ ਪ੍ਰਫੁੱਲਤ ਹੋਣ ਲੱਗਾ, ਬੀਜੇ ਮਾੜਾ ਹੈ।
ਹੱਕ ਹਲਾਲ ਦੀ ਕਮਾਈ ਹੋਵੇ। ਹਜ਼ੂਰ ਪਤਾ ਕੀ ਕਹਿੰਦੇ ਐ? ਉਹ ਇਹ ਕਹਿੰਦੇ ਘਾਲ ਖਾਏ ਕਿਛ ਹੱਥੋਂ ਦੇ, ਲੁੱਟ ਕੇ ਨਹੀਂ, ਮਿਹਨਤ ਕਰਕੇ ਖਾਣਾ ਹੈ ਤੇ ਫਿਰ ਉਹਨੂੰ ਸ਼ੇਅਰ ਵੀ ਕਰਨਾ ਹੈ। ਪਰ ਜੇ ਸਾਡੀ ਕਮਾਈ ਧਰਮ ਦੀ ਨਹੀਂ, ਫਿਰ ਜਿੰਨੇ ਮਰਜ਼ੀ ਦੇਈ ਚਲੀਏ ਬੀਜ ਹੀ ਮਾੜਾ ਹੈ। ਦੂਜੀ ਗੱਲ, ਜਿਹਨੂੰ ਤੁਸੀਂ ਦੇ ਰਹੇ ਹੋ ਉਹ ਧਰਤੀ ਹੈ, ਉਹਦੇ 'ਚ ਪ੍ਰਫੁੱਲਤ ਹੋਣਾ ਹੈ। ਤੁਸੀਂ ਦਿੱਤੇ 100 ਰੁਪਏ, ਉਹ ਠੇਕੇ 'ਚ ਜਾ ਵੜਿਆ ਲੈ ਕੇ। ਤੁਸੀਂ ਦਿੱਤੇ 100 ਰੁਪਏ, ਉਹ ਜੂਏ ਖੇਡਣ ਲੱਗ ਪਿਆ। ਇਹ ਤਾਂ ਧਰਤੀ ਮਾੜੀ ਹੈ, ਇਹ ਤਾਂ ਠੱਗੀ ਵਾਲਾ ਬੰਦਾ ਹੈ। ਇਸੇ ਕਰਕੇ ਸਿੱਖ ਇਤਿਹਾਸ ਵਿੱਚ ਕਿਹਾ, ਗਰੀਬ ਦਾ ਮੂੰਹ ਗੁਰੂ ਕੀ ਗੋਲਕ। ਇੱਕ ਵਾਰੀ ਮੇਰਾ ਜੀ ਕਰਦਾ ਫਿਰ ਪੜ੍ਹੀਏ, ਗਰੀਬ ਦਾ ਮੂੰਹ ਗੁਰੂ ਕੀ ਗੋਲਕ। ਇੱਥੇ ਤਾਂ ਅਸੀਂ ਬਹੁਤ ਪਿਆਰ ਨਾਲ ਪਾਉਂਦੇ ਹਾਂ ਪੈਸੇ, ਕਦੇ ਕਿਸੇ ਗਰੀਬ ਦੀ ਮਦਦ ਵੀ ਇੰਨੇ ਸਤਿਕਾਰ ਤੇ ਪਿਆਰ ਨਾਲ ਕਰੀਏ, ਉਹ ਵੀ ਗੁਰੂ ਦੀ ਗੋਲਕ ਹੈ। ਦੇਖ ਕੇ ਅੱਖਾਂ ਵਲੇਟ ਕੇ ਅਸੀਂ ਦੌੜ ਜਾਂਦੇ ਹਾਂ। ਇਹਦਾ ਮਤਲਬ ਸਾਨੂੰ ਧਰਤੀ ਦੀ ਪਹਿਚਾਣ ਹੀ ਨਹੀਂ। ਮੇਰੇ ਵਰਗੇ ਰੱਜਿਆਂ ਨੂੰ ਰਜਾਈ ਜਾਓਗੇ, 250 ਇੱਕ ਪ੍ਰਸ਼ਾਦਾ ਹੋਰ, 250 ਇੱਕ ਪ੍ਰਸ਼ਾਦਾ ਹੋਰ। ਭਾਈ ਸਾਹਿਬ ਮਾਰਨੇ ਅੰਦਰ ਬਿਰਤੀ ਕੀ ਹੈ? ਇਹਨੂੰ ਫਲ ਮਿਲੇਗਾ, ਇਹ ਬਾਣੀ ਪੜ੍ਹਨ ਵਾਲਾ, ਇਹਨੂੰ ਖਵਾ ਦਈਏ। ਹੱਦ ਹੋ ਗਈ। ਜਿਹੜਾ ਆਲਾ ਦੁਆਲਾ ਦੇਖੋ, ਉੱਥੇ ਲੋੜਵੰਦ ਹੈ ਉਹਨੂੰ ਦਿਓ। ਕਰੋੜਾਂ ਰੁਪਏ ਦੀਆਂ ਗੱਡੀਆਂ 'ਚ ਬੈਠਣ ਵਾਲਿਆਂ ਨੂੰ ਨਹੀਂ ਲੋੜ ਹੈ, ਉਹਨਾਂ ਕੋਲ ਸਾਰਾ ਕੁਝ ਹੈਗਾ ਪਹਿਲਾਂ ਹੀ, ਪਰ ਅਸੀਂ ਉਹਨਾਂ ਨੂੰ ਹੀ ਦਿੰਦੇ। ਸਾਨੂੰ ਨਹੀਂ ਪਤਾ ਜ਼ਮੀਨ ਕਿਹੋ ਜਿਹੀ ਹੋਣੀ ਚਾਹੀਦੀ ਹੈ। ਕਦੇ ਕਿਸੇ ਸਕੂਲ ਵਾਸਤੇ, ਕੋਈ ਸਕੂਲ ਦੀ ਬਿਲਡਿੰਗ ਵਾਸਤੇ ਕੋਈ ਮੰਗਣ ਆ ਜਾਏ ਨਾ, ਸਾਡੇ ਕੋਲ 101 ਰੁਪਇਆ ਨਹੀਂ ਨਿਕਲਦਾ। ਪਰ ਧਾਰਮਿਕ ਸਥਾਨਾਂ ਦੇ ਉੱਤੇ ਸੋਨਾ ਲਗਾਉਣਾ ਹੈ, ਅਸੀਂ ਆਪਣੀਆਂ ਬਾਲੀਆਂ ਤੇ ਕਾਂਟੇ ਕੁੰਟੇ ਲਾ ਕੇ ਦੇ ਦਿੰਦੇ ਹਾਂ, ਸੋਚਦੇ ਵੀ ਇੱਥੇ ਪੁੰਨ ਮਿਲਣਾ ਹੈ। ਮੈਨੂੰ ਕਹਿ ਲੈਣ ਦੇਣਾ, ਗੋਲਡਨ ਟੈਂਪਲ ਅਸੀਂ ਕਹਿ ਦਿੰਦੇ ਹਾਂ, ਪਰ ਇਹ ਗੁਰੂ ਅਰਜਨ ਸਾਹਿਬ ਨੇ ਨਹੀਂ ਸੀ ਬਣਾਇਆ, ਉਹਨਾਂ ਨੇ ਤਾਂ ਦਰਬਾਰ ਸਾਹਿਬ ਵੀ ਬਣਾਇਆ ਸੀ। ਉਹਨਾਂ ਨੇ ਸੋਨਾ ਕੋਈ ਨਹੀਂ ਸੀ ਲਵਾਇਆ। ਇਹ ਤਾਂ ਆਪਣੀ ਸ਼ਰਧਾ ਦੇ ਵਿੱਚੋਂ ਉਪਜਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਜੀ ਦਾ ਕਾਰਜ ਹੈ। ਇਸ ਕਰਕੇ ਸੋਨੇ ਕਰਕੇ ਮਹਾਨ ਨਹੀਂ ਆ, ਉਹ ਚੇਤੇ ਰੱਖਣਾ। ਸੋਨਾ ਗੁਰੂ ਨੇ ਕੋਈ ਨਹੀਂ ਲਾਇਆ। ਕਿਤੇ ਸਾਡੇ ਦਿਮਾਗ ਵਿੱਚ ਸੋਨੇ ਕਰਕੇ ਮਹੱਤਤਾ ਹੋ ਜਾਏ ਉਸ ਦੀ, ਅਸੀਂ ਗਲਤੀ ਕਰਾਂਗੇ। ਉੱਥੇ ਤੇ ਜੋ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਆ ਨਾ ਅਸੀਂ, ਉਸ ਬਾਣੀ ਕਰਕੇ ਮਹੱਤਤਾ ਹੈ। ਉੱਥੇ ਸਤਿਗੁਰੂ ਨੇ ਉੱਥੇ ਜੋ ਸਿਧਾਂਤ ਸਮਝਾਇਆ ਉਹਦੇ ਕਰਕੇ ਮਹੱਤਤਾ ਹੈ, ਸੋਨੇ ਕਰਕੇ ਨਹੀਂ ਹੈ। ਜੇ ਅਸੀਂ ਵੀ ਕੁਝ ਦੇਣਾ ਚਾਹੁੰਦੇ ਹਾਂ, ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ। ਹੁਣ ਅਸੀਂ ਕਹੀ ਜਾਂਦੇ ਹਾਂ ਸਿੱਖ ਕੌਮ ਦੀ ਤਰੱਕੀ ਕਰਨੀ ਹੈ, ਤੇ ਸਿਕਰੀਗਰ ਵੀਰਾਂ ਵੱਲ ਧਿਆਨ ਕਿੰਨਿਆਂ ਕੁ ਦਾ ਹੈ? ਬੜੀ ਵੱਡੀ ਗਿਣਤੀ ਦੇ ਵਿੱਚ ਹੈ। ਮੈਨੂੰ ਕਹਿ ਲੈਣ ਦੇਣਾ, ਸਾਡੇ ਬੱਚੇ ਤਾਂ ਸਰੂਪ ਰੱਖ ਕੇ ਰਾਜੀ ਨਹੀਂ ਅੱਜ ਕੱਲ੍ਹ, ਸ਼ਕਲਾਂ ਵਿਗਾੜੀਆਂ ਹੋਈਆਂ ਸਾਡੇ ਬੱਚਿਆਂ ਨੇ। ਪਰ ਉਹਨਾਂ ਨੂੰ ਜਾ ਕੇ ਵੇਖੋ, ਰਹਿ ਕਿਹੜੇ ਹਾਲਾਤਾਂ 'ਚ ਰਹੇ ਹੈ। ਟੀਨ ਦੇ ਉਹਨਾਂ ਨੇ ਘਰ ਬਣਾਏ ਹੋਏ ਹੈ, ਉੱਥੇ ਰਹਿ ਰਹੇ ਹੈ, ਪਰ ਉਹਨਾਂ ਨੇ ਸਰੂਪ ਸੰਭਾਲਿਆ ਹੋਇਆ ਹੈ। ਉਹਨਾਂ ਦੇ ਵਾਸਤੇ ਅਸੀਂ ਕਦੇ ਨਹੀਂ ਸੋਚਦੇ। ਦੂਜੇ ਪਾਸੇ ਅਸੀਂ ਉਹਨਾਂ ਨੂੰ ਇੰਨਾ ਦਿੰਦੇ ਹਾਂ ਜਿਹਨੂੰ ਸਾਂਭਣਾ ਵੀ ਔਖਾ ਹੋਇਆ ਪਿਆ। ਖੈਰ, ਜਿਵੇਂ ਇੱਕ ਜ਼ਿਮੀਦਾਰ ਦੇਖਦਾ ਮੇਰਾ ਬੀਜ ਵਧੀਆ ਹੋਵੇ, ਜ਼ਿਮੀਦਾਰ ਦੇਖਦਾ ਜ਼ਮੀਨ ਵਧੀਆ ਹੋਵੇ, ਇਸੇ ਤਰ੍ਹਾਂ ਅਸੀਂ ਵੀ ਦੇਖੀਏ ਪਹਿਲਾਂ ਸਾਡੀ ਧਰਮ ਦੀ ਕਮਾਈ ਹੋਵੇ, ਫਿਰ ਜਿਹਨੂੰ ਅਸੀਂ ਦੇ ਰਹੇ ਹਾਂ ਉਹ ਲੋੜਵੰਦ ਹੋਣਾ ਚਾਹੀਦਾ, ਕੋਈ ਲੁਟੇਰਾ ਨਹੀਂ ਹੋਣਾ ਚਾਹੀਦਾ। ਫਿਰ ਅਗਲੀ ਗੱਲ, ਜੋ ਅਸੀਂ ਕੀਤਾ ਹੈ, ਦਿੱਤਾ ਹੈ, ਕਿਤੇ ਨੂੰ ਬਿਮਾਰੀਆਂ ਹੀ ਨਾ ਪੈ ਜਾਣ, ਬਿਮਾਰੀਆਂ ਹੀ ਨਾ ਪੈ ਜਾਣ। ਪੱਖਾ ਦਿੱਤਾ, ਲਿਖੋ ਮੇਰਾ ਨਾਂ ਉੱਤੇ, ਸੇਵਾ ਕਰਾਈ ਫਲਾਣਾ ਸਿੰਘ, ਪੈ ਗਈ ਬਿਮਾਰੀ। ਬਿਮਾਰੀ ਹੈ। ਆਹ ਕਮਰਾ ਲਿਖੋ ਮੇਰਾ ਨਾਮ, ਸੇਵਾ ਫਲਾਣੇ ਨੇ ਕਰਾਈ, ਇਸ ਪਰਿਵਾਰ ਵੱਲੋਂ ਹੋਈ ਹੈ, ਇਹ ਬਿਮਾਰੀ ਹੈ। ਚਾਰ ਬੰਦਿਆਂ 'ਚ ਗੱਲ ਕਰਨੀ, ਇਹ ਇੱਛਾ ਹੋਣੀ ਵੀ ਮੈਕ ਦੇ ਵਿੱਚ ਮੇਰਾ ਨਾਮ ਲੈਣ, ਮੈਂ ਇੰਨੇ ਪੈਸੇ ਦਿੱਤੇ, ਆਹ 50 ਰੁਪਏ ਵਾਲੀ ਦੀ ਅਰਦਾਸ ਕਰਤੀ, ਨਾਂ ਲੈ ਦਿੱਤਾ, 100 ਰੁਪਏ ਵਾਲੇ ਦਾ ਨਾਂ ਲੈਤਾ, ਮੇਰਾ ਨਾਂ ਹੀ ਨਹੀਂ ਲਿਆ। ਉਹ ਨਾਰਾਜ਼ ਹੀ ਹੋ ਗਿਆ ਭਾਈ ਸਾਹਿਬ ਨਾਲ, ਮੇਰਾ ਨਾਂ ਕਿਉਂ ਨਹੀਂ ਲਿਆ? ਹੱਦ ਹੋ ਗਈ। ਆਪਣਾ ਨਾਂ ਸੁਣਾਉਣ ਵਾਸਤੇ ਸੇਵਾ ਕੀਤੀ ਸੀ, ਇਹ ਤਾਂ ਬਿਮਾਰੀ ਪੈ ਗਈ ਭਾਈ।
ਇਹ ਜੋ ਤੂੰ ਦਿੱਤਾ ਹੈ ਨਾ, ਇਹ ਪ੍ਰਫੁੱਲਤ ਕੋਈ ਨਹੀਂ ਹੋਣਾ। ਇਸੇ ਤਰ੍ਹਾਂ ਹੀ ਮੈਂ ਨਹੀਂ ਕਹਿੰਦਾ, ਸਤਿਗੁਰੂ ਕਹਿੰਦੇ ਹੈ, ਕਹਿੰਦੇ ਧਰਮ ਦੇ ਨਾਂ ਤੇ ਕਾਰਜ ਕੀਤੇ, ਹੋਇਆ ਕਿ ਤੀਰਥ ਵਰਤ ਅਰ ਦਾਨ ਕਰ ਦਿੱਤਾ ਨਾ, ਤੇ ਪੈ ਗਈ ਬਿਮਾਰੀ ਅੱਗੇ। ਕਿਹੜੀ? ਮਨ ਮੈਂ ਧਰੈ ਗੁਮਾਨ, ਮਨ ਮੈਂ ਧਰੈ ਗੁਮਾਨ, ਮਨ ਮੈਂ ਧਰੈ ਗੁਮਾਨ, ਮਨ ਮੈਂ ਧਰੈ ਗੁਮਾਨ। ਨਾਨਕ ਨੇ ਫਲ ਜਾਤ ਤੇ, ਨਾਨਕ ਨੇ ਫਲ ਜਾਤ ਤੇ, ਨਾਨਕ ਨੇ ਫਲ ਜਾਤ ਤੇ, ਨਾਨਕ ਨੇ ਫਲ ਜਾਤ ਤੇ। ਜਿਉ ਕੁੰਚਰ ਇਸ਼ਨਾਨ, ਜਿਉ ਕੁੰਚਰ ਇਸ਼ਨਾਨ, ਜੋ ਕੁੰਚਰ ਇਸ਼ਨਾਨ, ਜੋ ਕੁੰਚਰ ਇਸ਼ਨਾਨ। ਹਾਥੀ ਨਹਾਇਆ, ਮੁੜ ਕੇ ਮਿੱਟੀ ਪਾ ਲਈ ਸਿਰ ਦੇ ਉੱਤੇ। ਇਸੇ ਤਰੀ ਸਾਡਾ ਕੰਮ ਹੈ। ਇਹਦਾ ਮਤਲਬ ਸੌਖਾ ਕੰਮ ਨਹੀਂ ਹੈਗਾ। ਇਹਦੇ ਵਿੱਚ ਵੀ ਗੁਰੂ ਨੂੰ ਪੁੱਛਣਾ ਪੈਂਦਾ, ਸੱਚੇ ਪਾਤਸ਼ਾਹ ਮੈਂ ਵੰਡ ਕੇ ਕਿਵੇਂ ਛਕਣਾ ਹੈ, ਵੰਡ ਕੇ ਕਿਵੇਂ ਛਕਣਾ ਹੈ। ਮੰਨੈ ਮਾਰਗ ਠਾਕ ਨਾ ਪਾਏ। ਜਦੋਂ ਅਸੀਂ ਗੁਰੂ ਦੀ ਗੱਲ ਮੰਨ ਲਵਾਂਗੇ ਨਾ, ਮੰਨਣ ਦੇ ਨਾਲ ਫਿਰ ਇਹੋ ਜਿਹੀਆਂ ਰੁਕਾਵਟਾਂ ਜਿਹੜੀਆਂ ਹੈਗੀਆਂ ਸਾਡੇ ਜੀਵਨ ਵਿੱਚ ਨਹੀਂ ਆਉਣਗੀਆਂ। ਵਿਕਾਰਾਂ ਦੀਆਂ ਰੁਕਾਵਟਾਂ ਵੀ ਸਾਡੇ ਜੀਵਨ ਵਿੱਚ ਨਹੀਂ ਆਉਣਗੀਆਂ, ਕਿਉਂਕਿ ਸਤਿਗੁਰ ਬੰਦੀ ਛੋੜ ਹੈ। ਸਤਿਗੁਰ ਨੇ ਬੰਧਨਾਂ ਤੋਂ ਛੁਡਾ ਲੈਣਾ ਸਾਨੂੰ। ਇਸ ਕਰਕੇ ਇਸ ਪੌੜੀ ਵਿੱਚ ਮੇਰੇ ਮਾਲਕ ਨੇ ਕਿਹਾ ਸੀ, ਮੰਨ ਕੇ ਤੇ ਦੇਖੋ, ਮੰਨਣ ਨਾਲ ਬੜਾ ਫਾਇਦਾ ਜੇ। ਤੇ ਇੱਕ ਪੰਕਤੀ ਹੋਰ ਇਹਦੇ ਵਿੱਚ ਆਈ, ਮੈਂ ਉਹ ਵੀ ਸਾਂਝੀ ਕਰਨਾ ਚਾਹੁੰਦਾ। ਮੰਨੈ ਧਰਮ ਸੇਤੀ ਸੰਬੰਧ। ਜੇ ਅਸੀਂ ਮੰਨਿਆ ਨਹੀਂ ਤੇ ਆਪਾਂ ਤਾਂ ਧਰਮੀ ਨਹੀਂ ਹੈਗੇ, ਸਾਡਾ ਤਾਂ ਸੰਬੰਧ ਬਣਿਆ ਹੀ ਨਹੀਂ ਧਰਮ ਦੇ ਨਾਲ। ਭਾਵੇਂ ਅਸੀਂ ਕਹੀ ਜਾਈਏ ਕਿ ਮੈਂ ਸਿੱਖ ਹਾਂ, ਜਿੰਨਾ ਜਿੰਨਾ ਮੰਨਿਆ ਉਨਾ ਸੰਬੰਧ। ਕੋਈ 10% ਆ ਸਿੱਖ, ਕੋਈ 20% ਆ, ਕੋਈ 40% ਆ, ਜਿੰਨੀ ਗੱਲ ਮੰਨੀ। ਇੱਥੇ ਤੇ 20 ਵਿਸਵੇ ਗੁਰ ਕਾ ਮਨ ਮਾਨਣ ਵਾਲੀ ਗੱਲ ਹੈ। 100% ਗੁਰੂ ਦਾ ਮਨ ਮੰਨ ਜਾਏ, ਅਸੀਂ ਪੂਰੇ 100% ਗੱਲ ਨੂੰ ਮੰਨਣਾ। ਧਰਮ ਨਾਲ ਸੰਬੰਧ ਵੇਖੋ, ਸੋਚ ਕੇ ਵੇਖੋ ਵੀ ਇੱਕ ਡਾਕਟਰ ਹੈ, ਉਹਦੇ ਘਰ ਬੱਚੇ ਨੇ ਜਨਮ ਲਿਆ, ਕਿਉਂ ਕਹੋਗੇ ਉਹਨੂੰ ਡਾਕਟਰ ਤੁਸੀਂ? ਉਹਨੂੰ ਡਾਕਟਰ ਬਣਨ ਵਾਸਤੇ ਕਿੰਨੇ ਸਾਲ ਪੜ੍ਹਾਈ ਕਰਨੀ ਪੈਣੀ ਹੈ, ਉਹ ਫਾਰਮੂਲੇ ਮੰਨਣੇ ਪੈਣੇ, ਤਾਂ ਉਹ ਡਾਕਟਰ ਹੈ। ਇਹ ਥੋੜ੍ਹਾ ਨਾ ਵੀ ਡਾਕਟਰ ਦਾ ਬੇਟਾ ਹੈ, ਚਲੋ ਅੱਜ ਇਹ ਤੋਂ ਹੀ ਆਪਰੇਸ਼ਨ ਕਰਾ ਲਓ ਜੀ, ਇਸ ਤਰ੍ਹਾਂ ਨਹੀਂ ਹੈ। ਵਕੀਲ ਦੇ ਘਰ ਜਿਹਨੇ ਜਨਮ ਲਿਆ ਉਹਨੂੰ ਵਕੀਲ ਨਹੀਂ ਕਹਿ ਸਕਦੇ, ਪੜ੍ਹਾਈ ਕਰਨੀ ਪਏਗੀ। ਪਰ ਤੁਸੀਂ ਵੇਖੋ, ਸਿੱਖ ਦੇ ਘਰ ਕਿਸੇ ਨੇ ਜਨਮ ਲਿਆ, ਕਹਿੰਦੇ ਸਿੱਖ ਹੈ, ਜਨਮ ਤੋਂ ਹੀ ਧਰਮ ਦੀ ਡਿਗਰੀ ਦੇ ਦਿੱਤੀ, ਕੋਈ ਮਿਹਨਤ ਕਰਨ ਦੀ ਲੋੜ ਨਹੀਂ ਹੈ। ਇਹਦਾ ਮਤਲਬ ਹਿੰਦੂ ਵੀਰ ਦੇ ਘਰ ਕਿਸੇ ਨੇ ਜਨਮ ਲਿਆ, ਇਹ ਹਿੰਦੂ ਹੈ ਜੀ, ਲੈ ਜਨਮ ਤੋਂ ਹੀ ਧਰਮ ਦੀ ਡਿਗਰੀ ਹੱਥ 'ਚ ਫੜਾ ਦਿੱਤੀ, ਕੋਈ ਪੜ੍ਹਾਈ ਦੀ ਲੋੜ ਨਹੀਂ ਹੈ। ਸਾਰੀ ਉਮਰ ਭਾਵੇਂ ਕਿਸੇ ਰੋਹ ਰੀਤ ਦਾ ਪਤਾ ਨਾ ਹੋਵੇ। ਸਤਿਗੁਰ ਕਹਿਣ ਲੱਗੇ, ਜੇ ਤੂੰ ਵਾਕਈ ਧਰਮ ਨਾਲ ਸੰਬੰਧ ਬਣਾਉਣਾ ਚਾਹੁੰਦਾ ਹੈ ਨਾ, ਤੇ ਤੈਨੂੰ ਗੁਰੂ ਦੀ ਗੱਲ ਮੰਨਣੀ ਪੈਣੀ ਹੈ, ਕਿਉਂਕਿ ਮੰਨਣ ਨਾਲ ਹੀ ਧਰਮ ਨਾਲ ਸੰਬੰਧ ਪੈਦਾ ਹੁੰਦਾ। ਮੈਂ ਇੱਕ ਸਾਂਝ ਪਾਵਾਂ, ਸੋਚ ਕੇ ਵੇਖੋ ਅਸੀਂ ਕਿੱਥੇ ਖੜੇ ਹਾਂ। ਹਿੰਦੂ ਵੀਰਾਂ ਦਾ ਇੱਕ ਧਰਮ ਗ੍ਰੰਥ ਹੈ ਪਦਮ ਪੁਰਾਣ। ਪਦਮ ਪੁਰਾਣ ਦੇ ਵਿੱਚ ਇੱਕ ਗੱਲ ਅੰਕਿਤ ਹੈ, ਭਾਸ਼ਾ ਉਹਦੀ ਕਠਿਨ ਹੈ, ਜਿਹੋ ਜਿਹਾ ਮੈਨੂੰ ਯਾਦ ਹੋਇਆ, ਹੋ ਸਕਦਾ ਇਹ 'ਚ ਕੁਝ ਗਲਤੀ ਵੀ ਹੋਏਗੀ, ਕਿਉਂਕਿ ਸਾਡੀ ਭਾਸ਼ਾ ਉਹ ਨਹੀਂ ਹੈ। ਪਰ ਉਹਨੂੰ ਪੜ੍ਹਨ ਲੱਗਿਆ ਸੋਚਿਆ ਵੀ ਦੇਖੋ ਅਸੀਂ ਕਿੱਥੇ ਖੜੇ ਹੋਏ ਹਾਂ ਲੋਕ। ਪਦਮ ਪੁਰਾਣ ਕਹਿੰਦਾ ਵਿਜਿਆ ਕਲਪੰਤ ਏਕੰਤ। ਵਿਜਿਆ ਦਾ ਅਰਥ ਹੈ ਭੰਗ, ਕਲਪੰਤ ਕਹਿੰਦੇ ਨੇ ਨਰਕ ਨੂੰ। ਜੋ ਭੰਗ ਦਾ ਸੇਵਨ ਕਰਦਾ ਉਹਨੂੰ ਇੱਕ ਨਰਕ ਮਿਲੇਗਾ। ਹੁਣ ਧਿਆਨ ਦੇਣਾ, ਹਿੰਦੂ ਵੀਰਾਂ ਦਾ ਧਾਰਮਿਕ ਗ੍ਰੰਥ ਹੈ, ਉਹਦੇ ਵਿੱਚ ਇਹ ਗੱਲ ਅੰਕਿਤ ਹੈ ਵੀ ਜੋ ਭੰਗ ਨਾਲ ਸੰਬੰਧ ਜੋੜਦਾ ਹੈ ਨਾ, ਉਹਨੂੰ ਇੱਕ ਨਰਕ ਮਿਲੇਗਾ। ਪਰ ਅਸੀਂ ਕਈ ਧਰਮ ਕਾਰਜ ਹੀ ਭੰਗ ਨਾਲ ਜੋੜ ਦਿੱਤੇ। ਅਗਲੀ ਗੱਲ ਪਦਮ ਪੁਰਾਣ ਵਿੱਚ ਲਿਖਿਆ ਹੈ, ਵਿਜਿਆ ਕਲਪੰਤ ਏਕਾਂਤ 10 ਕਲਪੰਤ ਨਾਗਨੀ
ਨਗ ਨਹੀਂ ਕਹਿੰਦੇ ਅਫੀਮ ਨੂੰ। ਜੋ ਅਫੀਮ ਦੇ ਨਾਲ ਸੰਬੰਧ ਜੋੜਦਾ ਖਾਂਦਾ ਉਹਨੂੰ 10 ਨਰਕ ਮਿਲਣਗੇ। ਬਾਰਨੇ ਸਹੰਸਰ ਕਲਪੰਤ, ਬਾਰਨੇ ਕਹਿੰਦੇ ਸ਼ਰਾਬ ਨੂੰ, ਜੋ ਸ਼ਰਾਬ ਨਾਲ ਜੋੜਦਾ ਆਪਣਾ ਜੀਵਨ ਉਹਨੂੰ ਹਜ਼ਾਰਾਂ ਨਰਕ ਮਿਲਣਗੇ। ਤੇ ਅਗਲੀ ਗੱਲ ਬੜੇ ਧਿਆਨ ਨਾਲ ਸੁਣਨਾ, ਉਹ ਗ੍ਰੰਥ ਕਹਿੰਦਾ ਧੂਮਰਪਾਨ ਅਸੰਖਿਆਨ ਵਿਦਿਆ, ਤੇ ਜੋ ਧੂਏ ਦਾ ਸੇਵਨ ਕਰਦਾ ਹੈ ਨਾ, ਬੀੜੀ ਸਿਗਰਟ ਪੀਂਦਾ ਹੈ, ਗਿਣੇ ਹੀ ਨਹੀਂ ਜਾ ਸਕਦੇ ਉਹਨੂੰ ਕਿੰਨੇ ਨਰਕ ਮਿਲਣਗੇ। ਪਰ ਕਿੰਨੇ ਹਿੰਦੂ ਵੀਰ ਇਹ ਬੀੜੀ ਸਿਗਰਟ ਪੀਂਦੇ ਹੈ, ਪਰ ਕਹਿੰਦੇ ਆਪਣੇ ਆਪ ਨੂੰ ਹਿੰਦੂ ਹੀ ਹੈ, ਮੰਨੀ ਤੇ ਗੱਲ ਹੈ ਨਹੀਂ। ਇਹ ਸਿਰਫ ਸਾਂਝੀ ਬਾਣੀ ਆ, ਹਰ ਕੋਈ ਆਪਣਾ ਆਪ ਟਟੋਲੇ, ਸਿੱਖ ਵੀ ਟਟੋਲਣ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਹੁਣ ਦੇਖੋ ਅਸੀਂ ਮੰਨਦੇ ਹਾਂ, ਦੇਖੋ ਸਾਰਾ ਸ਼ਬਦ ਸਾਡੇ ਸਾਹਮਣੇ ਹੈ। ਆਪਣੇ ਆਪ ਨੂੰ ਨੰਬਰ ਦਈਏ ਹਰ ਰੋਜ਼ ਵੀ ਇਸ ਪੰਕਤੀ ਦੇ 10 ਨੰਬਰ, ਉਸ ਤੋਂ ਅਗਲੀ ਪੰਕਤੀ ਦੇ 10 ਨੰਬਰ। ਉਪਦੇਸ਼ ਗੁਰੂ ਹਰ ਹਰ ਜਪ ਜਾਪਿਆ ਸਾਡੇ ਜੀਵਨ 'ਚ ਆਇਆ ਕਿ ਨਹੀਂ ਆਇਆ? ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਉਣ ਦੀ ਗੱਲ ਸ਼ੁਰੂ ਹੋਈ ਕਿ ਨਹੀਂ ਹੋਈ? ਫਿਰ ਆਪਣੇ ਆਪ ਨੂੰ ਨੰਬਰ ਦਈਏ, ਫਿਰ ਪਤਾ ਲੱਗੇਗਾ ਅਸੀਂ ਕਿੰਨਾ ਕੁ ਮੰਨਦੇ ਹਾਂ, ਧਰਮ ਨਾਲ ਕਿੰਨਾ ਕੁ ਸੰਬੰਧ ਹੈ। ਹੰਕਾਰ ਤਾਂ ਸਾਡਾ ਬਹੁਤ ਹੈ, ਮੇਰੇ ਵਰਗਾ ਤਾਂ ਪੱਕਾ ਸਿੱਖ ਹੀ ਕੋਈ ਨਹੀਂ। ਹਜ਼ੂਰ ਕਹਿੰਦੇ ਨਾ ਭਾਈ, ਮੰਨੈ ਧਰਮ ਸੇਤੀ ਸੰਬੰਧ, ਮੰਨਣ ਨਾਲ ਹੀ ਧਰਮ ਨਾਲ ਸੰਬੰਧ ਪੈਦਾ ਹੁੰਦਾ ਹੈ। ਤੇ ਅਗਲੀ ਜਿਹੜੀ ਪੌੜੀ ਹੈ ਉਹਦੇ ਵਿੱਚ ਵੀ ਮੇਰੇ ਮਾਲਕ ਨੇ ਰਹਿਮਤ ਕੀਤੀ ਤੇ ਗੱਲ ਆਖੀ, ਮੁਕਤੀ ਰੂਪ ਦੁਆਰ ਪ੍ਰਾਪਤ ਹੁੰਦਾ ਹੈ ਕਿਵੇਂ? ਮੰਨਣ ਨਾਲ। ਹੁਣ ਇਹਦਾ ਮਤਲਬ ਆਪਾਂ ਮੁਕਤ ਨਹੀਂ ਹੈ, ਪਹਿਲਾਂ ਪਤਾ ਹੋਣਾ ਚਾਹੀਦਾ ਨਾ ਵੀ ਅਸੀਂ ਫਸੇ ਕਿਹਦੇ ਵਿੱਚ ਹੋਏ ਹਾਂ, ਤਾਂ ਹੀ ਪਤਾ ਲੱਗੇਗਾ। ਮੰਨੈ ਪਾਵੈ ਮੋਖ ਦੁਆਰ, ਮੁਕਤੀ ਕਿਤੋਂ ਚਾਹੀਦੀ ਹੈ? ਵਹਿਮਾਂ ਭਰਮਾਂ 'ਚ ਅਸੀਂ ਲੋਕ ਫਸੇ ਹੋਏ, ਕਰਮ ਕਾਂਡਾਂ 'ਚ ਅਸੀਂ ਲੋਕ ਫਸੇ ਹੋਏ, ਮੇਰ ਤੇਰ ਵਿੱਚ ਅਸੀਂ ਲੋਕ ਫਸੇ ਹੋਏ, ਵਿਕਾਰਾਂ ਵਿੱਚ ਅਸੀਂ ਲੋਕ ਫਸੇ ਹੋਏ। ਜਿਹੜਾ ਜਿਹੜਾ ਗੁਰੂ ਦੀ ਗੱਲ ਮੰਨ ਲਏਗਾ ਨਾ, ਉਹ ਨਿਕਲ ਜਾਏਗਾ, ਇਹਦੇ ਤੋਂ ਨਿਕਲ ਜਾਏਗਾ। ਹਾਲੇ ਵੀ ਸਾਨੂੰ ਨਿੰਬੂ ਤੇ ਮਿਰਚੀ ਜਿਹੜੇ ਨੇ ਨਾ, ਉਹ ਚੰਗੇ ਲੱਗਦੇ ਸਾਡੀਆਂ ਦੁਕਾਨਾਂ ਦੇ ਬਾਹਰ ਟੰਗੇ ਹੋਏ। ਹਾਲੇ ਵੀ ਆਪਾਂ ਕਾਲੇ ਟਿੱਕੇ ਲਾਉਂਦੇ ਕਿ ਨਹੀਂ ਲਾਉਂਦੇ? ਹਾਲੇ ਵੀ ਅਸੀਂ ਨਗਾਂ ਵਾਲੀਆਂ ਮੁੰਦਰੀਆਂ ਪਾਉਂਦੇ ਹਾਂ, ਹਾਲੇ ਵੀ ਆਪਾਂ ਕਾਲੇ ਕਾਲੇ ਧਾਗੇ ਬੰਨ੍ਹਦੇ ਹਾਂ। ਇਹ ਕੀ ਹੈ? ਇਹ ਬੰਧਨ ਹੀ ਹੈ। ਹੁਣ ਜਦੋਂ ਗੁਰੂ ਦੀ ਗੱਲ ਮੰਨਾਂਗੇ ਨਾ, ਮੰਨਣ ਤੋਂ ਬਾਅਦ ਆਪਾਂ ਆਜ਼ਾਦ ਹੋ ਜਾਵਾਂਗੇ। ਮੈਨੂੰ ਗੱਲ ਚੇਤੇ ਆ ਗਈ, ਜਿਹੜੇ ਕੈਂਪ ਵਿੱਚ ਜਾਂਦੇ ਨੇ ਵੀਰ ਭੈਣਾਂ, ਉਹਨਾਂ ਨੂੰ ਪਤਾ ਹੈ ਗਾਂਧੀ ਧਾਮ ਤੋਂ ਸਰਦਾਰ ਮੋਹਨ ਸਿੰਘ ਜੀ ਆਉਂਦੇ ਨੇ ਕੈਂਪ ਦੇ ਵਿੱਚ, ਉਹਨਾਂ ਨਾਲ ਜੁੜੀ ਘਟਨਾ ਹੈ। ਟ੍ਰੇਨ ਦੇ ਵਿੱਚ ਆ ਰਹੇ ਨੇ ਤੇ ਸਾਹਮਣੇ ਵਾਲੀ ਸੀਟ ਤੇ ਇੱਕ ਹੋਰ ਵੀ ਹੈ ਜੋ ਸਫ਼ਰ ਕਰ ਰਹੇ ਨੇ। ਗੱਲਾਂ ਬਾਤਾਂ ਹੋਈਆਂ, ਸਾਂਝ ਪੈ ਗਈ ਤੇ ਸ਼ੁਰੂ ਹੋ ਗਈ। ਮੋਹਨ ਸਿੰਘ ਵੀਰ ਜੀ ਨੇ ਸਵਾਲ ਕੀਤਾ, ਤੁਸੀਂ ਮੁਸਲਮਾਨ ਹੋ? ਉਹ ਕਹਿਣ ਲੱਗਾ ਹਾਂ। ਅਗਲਾ ਸਵਾਲ ਉਹਨਾਂ ਨੇ ਕੀਤਾ ਕਿ ਤੁਹਾਨੂੰ ਅੱਲਾ ਤੇ ਭਰੋਸਾ ਹੈ? ਹੁਣ ਇੱਕ ਮੁਸਲਮਾਨ ਵੀਰ ਨੂੰ ਕਹਿਣਾ ਵੀ ਅੱਲਾ ਤੇ ਭਰੋਸਾ ਹੈ, ਤੇ ਉਹ ਤਾਂ ਇੱਕਦਮ ਬੋਲਿਆ, ਸਰਦਾਰ ਸਾਹਿਬ ਕਿਉਂ ਨਹੀਂ, ਪੂਰਨ ਭਰੋਸਾ ਹੈ। ਮੋਹਨ ਸਿੰਘ ਜੀ ਕਹਿਣ ਲੱਗੇ ਮੈਨੂੰ ਤਾਂ ਨਹੀਂ ਲੱਗਦਾ। ਹੁਣ ਕਿਸੇ ਨੂੰ ਕਹਿਣਾ ਹੈ ਤੇ ਬੜਾ ਔਖਾ ਹੈ। ਇੱਕ ਵਾਰ ਤਾਂ ਉਹਨੇ ਵੀ ਮੱਥੇ ਤੇ ਤਿਉੜੀਆਂ ਪਾਈਆਂ, ਕਹਿਣ ਲੱਗਾ सरदार साहब आप ये कैसे कह सकते हैं? ਉਹ ਕਹਿਣ ਲੱਗੇ ਮੈਂ ਨਹੀਂ ਕਹਿੰਦਾ, ਤੇਰਾ ਸਰੀਰ ਕਹਿੰਦਾ ਹੈ। ਉਹਨੇ ਆਪਣੇ ਹੱਥ ਵਿੱਚ ਪਾਈਆਂ ਹੋਈਆਂ ਸੀ ਨਗਾਂ ਵਾਲੀਆਂ ਕਿੰਨੀਆਂ ਮੁੰਦਰੀਆਂ, 3-4। ਉਹ ਕਹਿਣ ਲੱਗੇ ਤੈਨੂੰ ਭਰੋਸਾ ਹੈ ਆਹ ਮੁੰਦਰੀ ਤੇ, ਤੈਨੂੰ ਭਰੋਸਾ ਹੈ ਇਸ ਨਗ ਤੇ, ਤੈਨੂੰ ਭਰੋਸਾ ਹੈ ਇਸ ਨਗ ਤੇ, ਇਸ ਕਰਕੇ ਮੈਂ ਤੈਨੂੰ ਕਹਿਣਾ ਵੀ ਤੈਨੂੰ ਭਰੋਸਾ ਹੈ। ਤੈਨੂੰ ਭਰੋਸਾ ਕੋਈ ਨਹੀਂ ਹੈਗਾ, ਤੈਨੂੰ ਭਰੋਸਾ ਤਾਂ ਆਹ ਮੁੰਦਰੀਆਂ ਤੇ ਪੱਥਰਾਂ ਦੇ ਉੱਤੇ ਹੈ। ਕਿਉਂ ਪਾਈਆਂ ਵੀ ਇਹ ਤੈਨੂੰ ਕੁਝ ਦੇਣਗੀਆਂ? ਮੈਂ ਕਹਿੰਦਾ ਉਹਨੂੰ ਵੀ ਨਮਸਕਾਰ ਬਣਦੀ ਹੈ ਜਿਹਨੇ ਇਹ ਗੱਲ ਸਮਝ ਲਈ। ਉਹਨੇ ਇੱਕਦਮ ਕੰਬ ਕੇ ਕਿਹਾ ਓਹੋ, ਉਹਨੇ ਉਸੇ ਵੇਲੇ ਉਂਗਲ ਤੇ ਲਾਤੀਆਂ ਮੁੰਦਰੀਆਂ, उस वेले लातियाँ। कह लगा सरदार जी आपका धन्यवाद, मुझे भटकने से बचा लिया। असी तो सुनने तो बाद मनते ही नहीं,
ਉਹ ਮਨ ਤੇ ਗਿਆ ਨਾ, ਸਮਝ ਤੇ ਗਿਆ ਨਾ। ਸਾਡਾ ਤਾਂ ਵਿਸ਼ਵਾਸ ਹਜੇ ਵੀ ਕਾਲੇ ਟਿੱਕਿਆਂ ਤੇ, ਕਾਲੇ ਧਾਗਿਆਂ ਤੇ, ਲਾਲ ਪੀਲੇ ਧਾਗਿਆਂ ਤੇ, ਮੋਮਬੱਤੀਆਂ ਤੇ, ਪਤਾ ਨਹੀਂ ਕਿਹਦੇ ਕਿਹਦੇ ਤੇ। ਹਜ਼ੂਰ ਕਹਿੰਦੇ ਨਾ ਭਾਈ, ਇਸ ਤਰ੍ਹਾਂ ਨਹੀਂ, ਐਦਾਂ ਮੁਕਤੀ ਨਹੀਂ ਮਿਲਣੀ। ਇਹਨਾਂ ਵਹਿਮਾਂ ਭਰਮਾਂ ਤੋਂ ਮੁਕਤੀ ਮਿਲਣੀ ਹੈ ਜੇ ਗੁਰੂ ਕੇ ਬਚਨ ਅਸੀਂ ਮੰਨਾਂਗੇ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਗੁਰੂ ਦੀ ਆਗਿਆ ਸਾਡੇ ਅੰਦਰ ਨੂੰ ਚੰਗੀ ਲੱਗੇ, ਅਸੀਂ ਖੁਸ਼ੀ ਹੋ ਕੇ ਉਹ ਗੱਲਾਂ ਮੰਨੀਏ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਕ ਖਾਟੀ। ਭਾਵ ਰੱਬ ਜੀ ਤੂੰ ਜਿਹੜੇ ਮਰਜ਼ੀ ਹਾਲਾਤਾਂ ਵਿੱਚ ਸਾਨੂੰ ਰੱਖ, ਸਾਨੂੰ ਮਨਜ਼ੂਰ ਹੈ। ਉਹੀ ਕਹਿ ਸਕਦਾ ਤੇਰਾ ਕੀਆ ਮਿੱਠਾ ਲੱਗਾ, ਦੂਜਾ ਤਾਂ ਕਹਿ ਹੀ ਨਹੀਂ ਸਕਦਾ। ਉਹ ਤੇ ਫਸ ਜਾਏਗਾ ਹਾਲਾਤਾਂ 'ਚੋਂ, ਤਾਂ ਡਿਪਰੈਸ਼ਨ ਹੋ ਜਾਏਗਾ ਉਸ ਨੂੰ। ਤੇ ਹਜ਼ੂਰ ਕਹਿਣ ਲੱਗੇ ਮੰਨਣ ਦੇ ਨਾਲ ਹੀ ਇਹ ਸਾਰਾ ਕੁਝ ਹੋ ਜਾਂਦਾ ਹੈ। ਮਾਲਕ ਰਹਿਮਤ ਕਰੇ। ਅਸੀਂ ਅਖੰਡ ਪਾਠ ਸਾਹਿਬ ਬਹੁਤ ਵੱਡੀ ਗਿਣਤੀ ਵਿੱਚ ਕਰਾ ਰਹੇ ਹਾਂ, ਅਸੀਂ ਸਮਾਗਮ ਬਹੁਤ ਵੱਡੀ ਗਿਣਤੀ ਵਿੱਚ ਕਰਾ ਰਹੇ ਹਾਂ, ਪਰ ਅਸੀਂ ਮੰਨ ਨਹੀਂ ਰਹੇ, ਮੰਨ ਨਹੀਂ ਰਹੇ। ਭਗਤ ਕਬੀਰ ਜੀ ਨੇ ਕੰਨ ਖਿੱਚੇ ਸਾਡੇ। ਕਬੀਰ ਮਨ ਜਾਣੈ ਸਭ ਬਾਤ, ਮਨ ਜਾਣੈ ਸਭ ਬਾਤ, ਮਨ ਜਾਣੈ ਸਭ ਬਾਤ, ਮਨ ਜਾਣੈ ਸਭ ਬਾਤ। ਮਨ ਸਾਰੀ ਗੱਲ ਜਾਣਦਾ ਹੈ, ਗੁਰੂ ਕੀ ਕਹਿੰਦਾ, ਕੀ ਕਰਨਾ ਚਾਹੀਦਾ, ਪਰ ਅਸੀਂ ਕੀ ਕਰਦੇ ਹਾਂ? ਜਾਣਤ ਹੀ ਔਗਨ ਕਰੈ, ਜਾਣਤ ਹੀ ਔਗਨ ਕਰੈ, ਜਾਣਤ ਹੀ ਔਗਨ ਕਰੈ, ਜਾਣਤ ਹੀ ਔਗਨ ਕਰੈ। ਜਾਣਦੇ ਬੁੱਝਦੇ ਹੋਏ ਅਸੀਂ ਲੋਕ ਔਗਣ ਕਰਦੇ ਹਾਂ, ਜਾਣਦੇ ਬੁੱਝਦੇ ਹੋਏ ਅਸੀਂ। ਫਿਰ ਭਗਤ ਜੀ ਕਹਿਣ ਲੱਗੇ ਕਾਹੇ ਕੀ ਕੁਸ਼ਲਾਤ, ਕਿੱਥੋਂ ਕੁਸ਼ਲਤਾ ਹੋਏਗੀ, ਕਿੱਥੋਂ ਸਭ ਕੁਝ ਠੀਕ ਠਾਕ ਹੋਏਗਾ। ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਭਰੈ। ਹੱਥ ਵਿੱਚ ਦੀਪਕ ਫੜਿਆ ਹੋਇਆ ਤੇ ਖੂਹ ਵਿੱਚ ਡਿੱਗ ਰਿਹਾ। ਇਹ 'ਚ ਦੀਪਕ ਦਾ ਤੇ ਕੋਈ ਕਸੂਰ ਨਹੀਂ, ਗੁਰਬਾਣੀ ਦਾ ਤੇ ਕੋਈ ਕਸੂਰ ਨਹੀਂ। ਗੁਰਬਾਣੀ ਤੇ ਚਾਨਣ ਹੈ, ਅਸੀਂ ਅੱਖਾਂ ਬੰਦ ਕੀਤੀਆਂ ਹੋਈਆਂ। ਗੁਰਬਾਣੀ ਇਸ ਜੱਗ ਮੈਂ ਚਾਨਣ, ਅਸੀਂ ਅੱਖਾਂ ਬੰਦ ਕੀਤੀਆਂ ਹੋਈਆਂ। ਗੁਰੂ ਦੇ ਸ਼ਬਦ ਪੜ੍ਹ ਵੀ ਲੈਂਦੇ ਹਾਂ, ਸੁਣ ਵੀ ਲੈਂਦੇ ਹਾਂ, ਵਿਚਾਰ ਵੀ ਕਰ ਲੈਂਦੇ ਹਾਂ, ਪਰ ਮੰਨਦੇ ਨਹੀਂ, ਪਰ ਮੰਨਦੇ ਨਹੀਂ। ਜੇ ਨਹੀਂ ਮੰਨਾਂਗੇ ਫਿਰ ਇਹ ਅਵਸਥਾ ਨਹੀਂ ਆਏਗੀ। ਮੰਨੈ ਪਰਵਾਰੈ ਸਾਧਾਰ। ਬੜੀ ਕੀਮਤੀ ਪੰਕਤੀ ਹੈ, ਧਿਆਨ ਦੇਣਾ। ਕਹਿਣ ਨਾਲ ਗੱਲ ਨਹੀਂ ਕੀਤੀ। ਤੂੰ ਪਰਿਵਾਰ ਨੂੰ ਆਧਾਰ ਦੇਣਾ ਚਾਹੁੰਦਾ, ਉਹਨਾਂ ਨੂੰ ਕਹਿਣਾ ਬੰਦ ਕਰ, ਆਪ ਮੰਨਣਾ ਸ਼ੁਰੂ ਕਰ। ਮੰਨੈ, ਮੰਨਣ ਨਾਲ। ਮਾਂ ਮੰਨ ਜਾਏ, ਪਿਓ ਮੰਨ ਜਾਏ, ਬੱਚੇ ਆਪੇ ਉਸੇ ਸਿੱਧੇ ਰਸਤੇ 'ਚ ਪੈ ਜਾਂਦੇ ਆ। ਔਰ ਇੱਕ ਪਰਿਵਾਰ ਆ ਵੀ ਤਾਂ ਹੈ ਸਾਡਾ ਸਰੀਰ ਦਾ। ਅੱਖਾਂ ਮੰਨ ਹੀ ਨਹੀਂ ਰਹੀਆਂ ਜੋ ਗੁਰੂ ਕਹਿੰਦਾ ਕੀ ਦੇਖਣਾ ਚਾਹੀਦਾ, ਕਿਵੇਂ ਦੇਖਣਾ ਚਾਹੀਦਾ, ਅੱਖਾਂ ਮੰਨ ਹੀ ਨਹੀਂ ਰਹੀਆਂ। ਕੰਨ ਮੰਨ ਹੀ ਨਹੀਂ ਰਹੇ ਕੀ ਸੁਣਨਾ ਚਾਹੀਦਾ, ਜ਼ੁਬਾਨ ਮੰਨ ਹੀ ਨਹੀਂ ਰਹੀ ਕੀ ਬੋਲਣਾ ਚਾਹੀਦਾ, ਹੱਥ ਮੰਨ ਹੀ ਨਹੀਂ ਰਹੇ ਕੀ ਕਰਨਾ ਚਾਹੀਦਾ। ਇਹਨਾਂ ਨੂੰ ਆਸਰਾ ਨਹੀਂ ਹੈ ਬਾਣੀ ਦਾ, ਨਾਮ ਦਾ ਆਸਰਾ ਨਹੀਂ ਹੈ। ਇਹ ਸਭ ਬੇਸਲੈਸ ਹੈ, ਜਿਸ ਕਰਕੇ ਇਹ ਸਭ ਕੁਝ ਬੇਕਾਰ ਕੰਮ ਕਰ ਰਹੇ ਹੈ, ਬੇਕਾਰ ਕੰਮ। ਇਸੇ ਕਰਕੇ ਹਜ਼ੂਰ ਨੇ ਇਹ ਲਾਹਨਤਾਂ ਪਾਈਆਂ ਇਸ ਨੂੰ। ਹੱਥ ਪੈਰ ਲਾਹਨਤ ਯੋਗ ਨੇ ਜੇ ਇਹ ਪਰਉਪਕਾਰ ਨਹੀਂ ਕਰਦੇ। ਆਓ ਅਸੀਂ ਇਹਨਾਂ ਨੂੰ ਨਾਮ ਦਾ ਆਸਰਾ ਦੇ ਕੇ ਇਹਨਾਂ ਨੂੰ ਵੀ ਨਾਮ ਦਾ ਆਧਾਰ ਦਈਏ। ਜਿੰਨਾ ਜਿੰਨਾ ਮੰਨੋਗੇ ਇਹਨਾਂ ਨੂੰ ਵੀ ਬੇਸ ਮਿਲੇਗਾ, ਆਧਾਰ ਮਿਲੇਗਾ ਬਾਣੀ ਦਾ। ਇਹ ਵੀ ਸਾਰੇ ਸੱਚੇ ਸਾਥੀ ਹੋ ਕੇ ਸਾਨੂੰ ਰੱਬ ਦੇ ਘਰ ਵੱਲ ਲੈ ਕੇ ਜਾਣਗੇ। ਮਾਲਕ ਰਹਿਮਤ ਕਰੇ ਜੀ। ਅਸੀਂ ਜਿੰਨਾ ਸੁਣਦੇ ਹਾਂ ਅਸੀਂ ਮੰਨੀਏ ਵੀ ਤੇ ਪਿਆਰ ਦੇ ਨਾਲ ਮੰਨੀਏ। ਆਓ ਅਗਲੀ ਪੌੜੀ ਦਾ ਪਾਠ ਬੀਬਾ ਜੀ ਕਰਨ ਜਾ ਰਹੇ ਹਨ ਜੀ। पंच परवान पंच प्रधान, पंच पावैं दरगमान। पंच परवान पंच प्रधान, पंचे पावैं दरगमान। पंचे सोहैं दर राजान,
पंचा का गुर एक ध्यान। पंचे सो हैं दर राजान, पंचा का गुर एक ध्यान। जे को कहे करे विचार, करते कै करने नाही शुमार। जे को कह कर विचार, करते कै करने नाही सुमार। तौल धर्म दया का पूत, संतोख थाप रखिया जिन सूत। ਧੋਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਖਿਆ ਜਿਨ ਸੂਤ। जे को बुझे होवे सचियार, तवले ऊपर केता पार। ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉਪਰ ਕੇਤਾ ਭਾਰ। धरती होर परै होर होर, तिसते पार तले कवन जोर। ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਨ ਜੋਰ। जी जात रंगा के नाम, सबना लिखिया बुड़ी कलाम। ਜੀ ਜ਼ਾਤ ਰੰਗਾਂ ਕੇ ਨਾਮ, ਸਭਨਾ ਲਿਖਿਆ ਬੁੜੀ ਕਲਾਮ। ए लेखा लिख जाने कोय, लेखा लिखिया केता होए। ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। केता ताण स्वाल्यो रूप, केती दात जाने कौन कूत। ਕੇਤਾ ਤਾਣ ਸੁਹਾਲਿਓ ਰੂਪ, ਕੇਤੀ ਦਾਤ ਜਾਣੈ ਕੌਣ ਕੂਤ। कीता पसाओ एको कवाओ, तिसते होए लख दरियाओ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲਖ ਦਰਿਆਓ। कुदरत कवन कहाँ विचार, वार्य न जावा एक वार। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨ ਜਾਵਾਂ ਏਕ ਵਾਰ। जो तुद पावे साई पलिकार, तू सदा सलामत निरंकार। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਗੁਰੂ ਸਵਾਰਿਓ, ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਤੇ ਗੁਰਦੇਵ ਪਾਤਸ਼ਾਹ ਕਹਿਣ ਲੱਗੇ, ਭਾਈ ਜਿਨ੍ਹਾਂ ਨੇ ਨਾਮ ਨੂੰ ਸੁਣਿਆ ਤੇ ਨਾਮ ਨੂੰ ਮੰਨਿਆ ਹੈ, ਉਹ ਪੰਜ ਜਨ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਉਹ ਪੰਜ ਜਨ ਤਾਂ ਮੰਨੇ ਪ੍ਰਮੰਨੇ ਹੋ ਜਾਂਦੇ ਨੇ ਤੇ ਆਗੂ ਕਹਾਉਂਦੇ ਹਨ, ਪਰ ਨਾਮ ਨੂੰ ਸੁਣਿਆ ਹੋਵੇ ਤੇ ਨਾਮ ਨੂੰ ਮੰਨਿਆ ਹੋਵੇ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵਹਿ ਦਰਗਾਹ ਮਾਨ। ਉਹਨਾਂ ਨੂੰ ਫਿਰ ਮਾਣ ਵੀ ਮਿਲਦਾ, ਇੱਜ਼ਤ ਵੀ ਮਿਲਦੀ ਹੈਗੀ ਹੈ। ਅਕਾਲ ਪੁਰਖ ਦੀ ਦਰਗਾਹ ਵਿੱਚ ਉਹ ਪੰਜ ਜਨ ਆਦਰ ਵੀ ਪਾਉਂਦੇ ਹੈਗੇ ਆ। ਇਹ ਪੰਜ ਦਾ ਅਰਥ ਗਿਣਤੀਵਾਚਕ ਪੰਜ ਨਾ ਲੈਣਾ। ਪੰਚੇ ਸੋ ਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਹੁਣ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਰਾਜ ਦਰਬਾਰ ਵਿੱਚ ਵੀ ਉਹ ਪੰਜ ਜਨ ਸ਼ੋਭਦੇ ਹਨ। ਇਹਨਾਂ ਪੰਜ ਜਨਾਂ ਦੀ ਸੁਰਤ ਦਾ ਜੋ ਨਿਸ਼ਾਨਾ ਹੈ ਉਹ ਕੀ ਹੈ ਜੀ? ਗੁਰ ਏਕ ਧਿਆਨ। ਇਹਨਾਂ ਨੂੰ ਨਾਮ ਜਿਨ੍ਹਾਂ ਨੇ ਸੁਣਿਆ ਤੇ ਨਾਮ ਮੰਨਿਆ, ਉਹਨਾਂ ਦੀ ਸੁਰਤ ਭਟਕਦੀ ਨਹੀਂ ਹੈ। ਉਹਨਾਂ ਦੀ ਸੁਰਤ ਵਿੱਚ ਕੇਵਲ ਗੁਰ ਸ਼ਬਦ ਦਾ ਧਿਆਨ ਹੁੰਦਾ ਹੈ। ਉਹਨਾਂ ਦੀ ਸੁਰਤ ਵਿੱਚ ਕੇਵਲ ਤੋਂ ਕੇਵਲ ਜਿਹੜਾ ਗੁਰੂ ਸ਼ਬਦ ਹੀ ਵਸਿਆ ਹੁੰਦਾ, ਜਾਂ ਕਹਿ ਲਈਏ ਸੁਰਤ ਸ਼ਬਦ ਵਿੱਚ ਲੀਨ ਹੁੰਦੀ ਹੈ। ਗੁਰ ਸ਼ਬਦ ਵਿੱਚ ਜੁੜੇ ਰਹਿਣਾ ਹੀ ਇਹਨਾਂ ਦੇ ਜੀਵਨ ਦਾ ਅਸਲ ਨਿਸ਼ਾਨਾ ਹੈ। ਤੇ ਯਾਦ ਰੱਖਣਾ, ਹੁਣ ਆਪਣੇ ਆਪ ਨੂੰ ਕੋਈ ਕਹਿੰਦਾ ਰਵੇ ਜੀ ਅਸੀਂ ਬੜੀ ਵਾਰ ਨਾਮ ਸੁਣਿਆ, ਅਸੀਂ ਬੜੀ ਵਾਰ ਨਾਮ ਨੂੰ ਮੰਨਿਆ, ਤੇ ਸੁਰਤ ਵਿੱਚ ਇੱਕ ਸ਼ਬਦ ਨਾ ਟਿਕਿਆ ਹੋਵੇ, ਸੁਰਤ ਸ਼ਬਦ ਵਿੱਚ ਨਾ ਟਿਕੀ ਹੋਵੇ, ਫੇਰ ਪੱਕੀ ਗੱਲ ਹੈ ਇਹਨਾਂ ਨੇ ਚੰਗੀ ਤਰ੍ਹਾਂ ਨਾਮ ਨੂੰ ਨਾ ਸੁਣਿਆ ਤੇ ਨਾ ਮੰਨਿਆ। ਕਿਉਂਕਿ ਸੁਰਤ ਦੇ ਵਿੱਚ ਸ਼ਬਦ ਦਾ ਵਸਣਾ ਬਹੁਤ ਜ਼ਰੂਰੀ ਹੈਗਾ। ਤੇ ਗੁਰਦੇਵ ਪਾਤਸ਼ਾਹ ਜੀ ਨੇ ਤਾਂ ਬੜਾ ਪਿਆਰਾ ਨਿਰਣਾ ਦਿੱਤਾ ਹੈ ਕਿ ਭਾਈ
ਇੱਥੇ ਇਸ ਦਰ ਤੇ ਆਇਆ ਇਹ ਗੱਲ ਸਮਝ ਆ ਜਾਂਦੀ ਹੈ ਕਿ ਇੱਥੇ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਤੁਸੀਂ ਵੇਖੋ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ। ਦੁਪਹਿਰ ਦੇ ਦੀਵਾਨਾਂ ਵਿੱਚ ਵੀ ਮੈਂ ਇਹ ਬੇਨਤੀ ਕੀਤੀ ਸੀ ਕਿ ਕਿਵੇਂ ਸਾਰੇ ਹੀ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸ਼ਬਦ ਗੁਰੂ ਦੀ ਪ੍ਰਧਾਨਤਾ ਦੀ ਗੱਲ ਕੀਤੀ ਹੈ। ਜਿੱਧਰ ਵੀ ਮੇਰੇ ਮਾਲਕ ਗਏ ਨੇ, ਉਦਾਸੀਆਂ ਤੇ ਗਏ ਨੇ, ਕਿਸੇ ਨਾਲ ਚਰਚਾ ਹੋਈ ਹੈ ਤੇ ਗੁਰਦੇਵ ਪਾਤਸ਼ਾਹ ਜੀ ਨੇ ਸ਼ਬਦ ਦੇ ਨਾਲ ਹੀ ਜਿਹੜਾ ਹੈ ਉਹ ਸਾਹਮਣੇ ਵਾਲੇ ਦਾ ਜੀਵਨ ਸਵਾਰ ਦਿੱਤਾ ਹੈ। ਤੇ ਜਿਨ੍ਹਾਂ ਦੇ ਨਾਲ ਵਿਚਾਰ ਚਰਚਾ ਕੀਤੀ, ਜਿਨ੍ਹਾਂ ਨੂੰ ਨਾਮ ਸੁਣਾਇਆ, ਨਾਮ ਜਿਹੜਾ ਹੈ ਜਿਨ੍ਹਾਂ ਦੇ ਮਨ ਵਿੱਚ ਵਸਾਇਆ, ਉਹਨਾਂ ਦਾ ਧਿਆਨ ਗੁਰ ਸ਼ਬਦ ਵਿੱਚ ਜਿਹੜਾ ਹੈ ਖਿੱਚਿਆ ਹੈ। ਔਰ ਗੁਰ ਸ਼ਬਦ ਦੇ ਨਾਲ ਹੀ ਮੇਰੇ ਮਾਲਕ ਨੇ ਐਡਾ ਕਮਾਲ ਕਰ ਦਿੱਤਾ ਹੈ ਕਿ ਕਦੇ ਪੁੱਛਿਆ ਸੀ ਕਿਸੇ ਨੇ ਕਿ ਗੁਰਦੇਵ ਪਾਤਸ਼ਾਹ ਜੀ ਇਹ ਕਿਰਪਾਨ ਕਿਸ ਵਾਸਤੇ? ਤੇ ਗੁਰਦੇਵ ਨੇ ਪਾਤਸ਼ਾਹ ਜੀ ਨੇ ਕਿਹਾ ਸੀ ਵੀ ਸੱਚ ਗੱਲ ਤਾਂ ਇਹ ਹੈ ਕਿ ਗੁਰਦੇਵ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਘਾਇਲ ਤਾਂ ਮਨੁੱਖ ਨੂੰ ਰਬਾਬ ਦੀਆਂ ਤਾਰਾਂ ਛੇੜ ਕੇ ਹੀ ਕਰ ਦਿੱਤਾ ਸੀਗਾ, ਤੇ ਇਹ ਕਿਰਪਾਨ ਤਾਂ ਕੇਵਲ ਰਬਾਬ ਦੀਆਂ ਤਾਰਾਂ ਦੀ ਰਾਖੀ ਵਾਸਤੇ ਹੈ। ਮੇਰੇ ਮਾਲਕ ਜਦੋਂ ਕਹਿੰਦੇ ਸੀ ਮਰਦਾਨਿਆਂ ਛੇੜ ਰਬਾਬ, ਬਾਣੀ ਆਈ ਹੈ, ਤੇ ਯਾਦ ਰੱਖਣਾ ਸਾਹਮਣੇ ਵਾਲੇ ਦੀ ਸੁਰਤ ਸ਼ਬਦ ਵਿੱਚ ਟਿਕ ਜਾਂਦੀ ਸੀ। ਤੇ ਸਤਿਗੁਰੂ ਪਾਤਸ਼ਾਹ ਮੰਤਰ ਮੁਗਧ ਕਰ ਦਿੰਦੇ ਸੀ, ਕਿਵੇਂ ਜੋੜ ਦਿੰਦੇ ਸਨ। ਸਾਡੇ ਕੋਲ ਐਡਾ ਵੱਡਾ ਖਜ਼ਾਨਾ ਹੈ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠਾਂਗੇ ਤਾਂ ਸਾਨੂੰ ਸਮਝ ਆਏਗੀ ਕਿ ਭਾਈ ਸ਼ਬਦ ਦੀ ਕਲਾ ਕਿਵੇਂ ਵਰਤਦੀ ਹੈ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਅਸੀਂ ਬੈਠਾਂਗੇ ਹੀ ਨਹੀਂ ਤੇ ਸਾਨੂੰ ਕਿਵੇਂ ਪਤਾ ਲੱਗੇਗਾ। ਯਾਦ ਰੱਖਣਾ ਮੇਰੇ ਮਾਲਕ ਕਹਿੰਦੇ ਨੇ, ਹੁਣੇ ਹੀ ਰਾਗੀ ਸਿੰਘ ਸਾਡੇ ਤੋਂ ਪਹਿਲਾਂ ਸ਼ਬਦ ਪੜ੍ਹ ਰਹੇ ਸੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ। ਵੇਖੋ ਕੋਈ ਵਿਤਕਰਾ ਨਹੀਂ ਰੱਖਿਆ, ਗੁਰਦੇਵ ਨੇ ਸਾਰਿਆਂ ਨੂੰ ਕਿਹਾ ਵੀ ਸਾਰੇ ਹੀ ਆਓ, ਗਾਉਂਦੇ ਆ, ਬਾਣੀ ਨੂੰ ਪੜ੍ਹਦੇ ਆ, ਵਿਚਾਰਦੇ ਆ। ਪਰ ਗੁਰਦੇਵ ਪਾਤਸ਼ਾਹ ਕਹਿੰਦੇ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤੇ ਨਾ ਸਮਾਣੀ। ਜਿਨ੍ਹਾਂ ਤੇ ਨਦਰੇ ਕਰਮ ਹੁੰਦੀ ਹੈ ਉਹਨਾਂ ਦੇ ਹਿਰਦੇ ਵਿੱਚ ਇਹ ਸ਼ਬਦ ਵਸਦਾ ਹੈ, ਇਹ ਬਾਣੀ ਵਸਦੀ ਹੈ। ਤੇ ਨਦਰੇ ਕਰਮ ਕਿਹਨਾਂ ਉੱਤੇ ਹੁੰਦੀ ਹੈ? ਪ੍ਰਵਾਨ ਕੌਣ ਹੁੰਦੇ ਨੇ? ਜਿਨ੍ਹਾਂ ਨੇ ਨਾਮ ਨੂੰ ਸੁਣਿਆ ਤੇ ਨਾਮ ਨੂੰ ਮੰਨਿਆ ਹੁੰਦਾ। ਅਸੀਂ ਪ੍ਰਣ ਕਰ ਲਈਏ ਕਿ ਆਪਣੀ ਸੁਰਤ ਨੂੰ ਗੁਰ ਸ਼ਬਦ ਤੋਂ ਇਲਾਵਾ ਕਿਸੇ ਪਾਸੇ ਨਹੀਂ ਭਟਕਾਉਣਾ। ਕੋਈ ਆਏਗਾ ਲੋਭੀ, ਕੋਈ ਆਏਗਾ ਠੱਗ ਸਾਨੂੰ ਠੱਗਣ ਵਾਸਤੇ, ਕੋਈ ਆਖੇਗਾ ਆ ਰੁਦਰਾਕਸ਼ ਗਲ ਵਿੱਚ ਪਾ ਲਓ ਤੁਹਾਡੇ ਕੰਮ ਸਿਰੇ ਚੜ ਜਾਣਗੇ, ਕੋਈ ਕੁਝ ਆਖੇਗਾ ਤੁਹਾਡਾ ਵਪਾਰ ਨਹੀਂ ਚੱਲਦਾ ਪਿਆ, ਇਹ ਵਾਲਾ ਮੰਤਰ ਲੈ ਲਓ ਇੰਜ ਹੋ ਜਾਏਗਾ। ਯਾਦ ਰੱਖਣਾ ਆਪਣੀ ਸੁਰਤ ਨੂੰ, ਆਪਣੇ ਖਿਆਲਾਂ ਨੂੰ ਭਟਕਣ ਨਾ ਦੇਣਾ। ਕੇਵਲ ਤੋਂ ਕੇਵਲ ਸਾਡੀ ਸੁਰਤ ਦੇ ਵਿੱਚ ਜਿਹੜਾ ਗੁਰੂ ਦਾ ਸ਼ਬਦ ਟਿਕਿਆ ਹੋਣਾ ਚਾਹੀਦਾ ਹੈ। ਤੇ ਸਾਡਾ ਨਿਸ਼ਾਨਾ ਇਹ ਹੋਣਾ ਚਾਹੀਦਾ ਹੈ ਵੀ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਫਿਰ ਵੇਖਣਾ ਜੀਵਨ ਦਾ ਆਨੰਦ ਹੀ ਵੱਖਰਾ ਆਏਗਾ। ਮੇਰੇ ਮਾਲਕ ਸਤਿਗੁਰੂ ਜੀ ਕਹਿੰਦੇ ਨੇ ਭਾਈ ਕਿ ਜੇ ਕੋ ਕਹਿ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ। ਸੁਮਾਰ ਦਾ ਅਰਥ ਹੁੰਦਾ ਹਿਸਾਬ ਲੇਖਾ ਜੋਖਾ। ਗੁਰਦੇਵ ਕਹਿੰਦੇ ਨੇ ਪਰ ਗੁਰ ਸ਼ਬਦ ਵਿੱਚ ਜੁੜੇ ਰਹਿਣ ਦਾ ਸਿੱਟਾ ਇਹ ਨਹੀਂ ਹੈ ਕਿ ਅਸੀਂ ਜਿਹੜਾ ਹੈ ਪ੍ਰਭੂ ਦੀ ਸ੍ਰਿਸ਼ਟੀ ਦਾ ਅੰਤ ਪਾਉਣ ਦੀ ਗੱਲ ਕਹਿ ਲਈਏ, ਕਿਵੇਂ ਰਚੀ ਹੈ, ਕਿਵੇਂ ਗੱਲਾਂ ਕੀਤੀਆਂ ਨੇ ਹੈ, ਅਸੀਂ ਐਵੇਂ ਕਹਿ ਦਈਏ ਕਿ ਭਾਈ ਅਸੀਂ ਉਹਦਾ ਜੋ ਬੇਸ਼ੁਮਾਰ ਹੈ ਉਹਦਾ ਅੰਦਾਜ਼ਾ ਪਾਉਣ ਦੀ ਗੱਲ ਕਰੀਏ। ਗੁਰਦੇਵ ਕਹਿੰਦੇ ਨੇ ਨਹੀਂ, ਅਕਾਲ ਪੁਰਖ ਦੀ ਕੁਦਰਤ ਦਾ ਕੋਈ ਲੇਖਾ ਹੀ ਨਹੀਂ ਹੈ, ਭਾਵ ਅੰਤ ਨਹੀਂ ਪੈ ਸਕਦਾ ਹੈ। ਭਾਵੇਂ ਕੋਈ ਕਥਨ ਕਰਕੇ ਵੇਖ ਕੇ ਤੇ ਵਿਚਾਰ ਕਰ ਲਵੇ। ਗੁਰਦੇਵ ਕਹਿੰਦੇ ਨੇ ਪਰਮਾਤਮਾ ਤੇ ਉਸ ਦੀ ਕੁਦਰਤ ਦਾ ਅੰਤ ਲੱਭਣਾ ਮਨੁੱਖ ਦੀ ਜ਼ਿੰਦਗੀ ਦਾ ਮਨੋਰਥ ਵੀ ਨਹੀਂ ਹੈ। ਸਿਰਫ ਇਹ ਮਨੋਰਥ ਹੈ ਕਿ ਜੋ ਬਲਿਹਾਰੀ ਕੁਦਰਤ ਵਸਿਆ ਉਹਨੂੰ ਮਹਿਸੂਸ ਕਰਨਾ ਤੇ ਉਹਦੇ ਵਿੱਚ ਲੀਨ ਹੋ ਜਾਣਾ ਹੈ।
ਮੇਰੇ ਮਾਲਕ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਗੁਰਦੇਵ ਕਹਿੰਦੇ ਨੇ ਅਕਾਲ ਪੁਰਖ ਦਾ ਧਰਮ ਰੂਪੀ 52ਵਾਂ ਨਿਯਮ ਹੀ ਬਲਦ ਹੈ ਜੋ ਸ੍ਰਿਸ਼ਟੀ ਨੂੰ ਕਾਇਮ ਰੱਖ ਰਿਹਾ ਹੈ। ਇਹ ਧਰਮ ਕਿਸ ਦਾ ਪੁੱਤਰ ਹੈ? ਦਇਆ ਦਾ ਪੁੱਤਰ ਹੈ। ਧਰਮ ਕਿਹਦਾ ਪੁੱਤਰ ਹੈ? ਦਇਆ ਦਾ। ਦਇਆ ਵਿੱਚੋਂ ਧਰਮ ਪੈਦਾ ਹੁੰਦਾ ਹੈ। ਭਾਵ ਅਕਾਲ ਪੁਰਖ ਨੇ ਆਪਣੀ ਮਿਹਰ ਕਰਕੇ ਸ੍ਰਿਸ਼ਟੀ ਨੂੰ ਟਿਕਾ ਰੱਖਿਆ ਹੈ, ਧਰਮ ਰੂਪੀ ਨਿਯਮ ਬਣਾ ਦਿੱਤਾ ਹੈ। ਇੰਜ ਧਰਮ ਨੇ ਆਪਣੀ ਮਰਿਆਦਾ ਅਨੁਸਾਰ ਸੰਤੋਖ ਨੂੰ ਫਿਰ ਜਨਮ ਦਿੱਤਾ ਹੈ। ਧਰਮ ਵਿੱਚੋਂ ਕੌਣ ਜਨਮ ਲੈ ਰਿਹਾ ਹੈ? ਸੰਤੋਖ ਜਨਮ ਲੈ ਰਿਹਾ ਹੈਗਾ। ਤੇ ਜੇ ਕੋਈ ਮਨੁੱਖ ਇਸ ਉੱਪਰ ਦੱਸੀ ਵਿਚਾਰ ਨੂੰ ਸਮਝ ਲਏ ਤਾਂ ਉਹ ਇਸ ਯੋਗ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਅਕਾਲ ਪੁਰਖ ਦਾ ਪ੍ਰਕਾਸ਼ ਹੋ ਜਾਂਦਾ ਹੈ, ਚਾਨਣ ਹੋ ਜਾਂਦਾ ਹੈ। ਨਹੀਂ ਤਾਂ ਖਿਆਲ ਤਾਂ ਕਰੋ ਕਿ ਬਲਦ ਉੱਤੇ ਧਰਤੀ ਦਾ ਕਿਤਨਾ ਕੁ ਬੇਅੰਤ ਭਾਰ ਹੋਏਗਾ। ਜਿਹੜੀਆਂ ਮਨੌਤਾਂ ਚੱਲਦੀਆਂ ਉਸ ਮੁਤਾਬਕ ਸੋਚੀਏ ਤਾਂ ਕਹਿਣ ਲੱਗੇ ਉਹ ਵਿਚਾਰਾ ਇਤਨੇ ਭਾਰ ਨੂੰ ਕਿਵੇਂ ਚੁੱਕ ਸਕਦਾ ਹੈ। ਦੂਜੀ ਵਿਚਾਰ ਇਹ ਹੈ ਕਿ ਜਰ ਧਰਤੀ ਹੇਠ ਬਲਦ ਹੈ ਕਿ ਧਰਤੀ ਹੋਰ ਪਰੈ ਹੋਰ ਤਿਸਤੇ ਭਾਰ ਤਲੈ, ਵੀ ਜਿਹੜਾ ਸਭ ਤੋਂ ਹੇਠਾਂ ਹੈ ਉਹ ਕਿਹਦੇ ਸਹਾਰੇ ਤੇ ਹੈ, ਉਹਦਾ ਭਾਰ ਕਿੰਨੇ ਝੱਲਿਆ ਹੋਇਆ। ਇੱਥੇ ਮੈਂ 1 ਮਿੰਟ ਵਾਸਤੇ ਰੁਕਾਂਗਾ। ਸਾਨੂੰ ਇੱਥੇ 2 ਗੱਲਾਂ ਖਾਸ ਪਤਾ ਲੱਗੀਆਂ ਨੇ। ਉਹ ਕੀ ਨੇ? ਕਿ ਧਰਮ ਦਇਆ ਦਾ ਪੁੱਤਰ ਹੈ। ਜਿਸ ਹਿਰਦੇ ਵਿੱਚ ਦਇਆ ਨਹੀਂ ਉੱਥੇ ਧਰਮ ਦਾ ਬੀਜ ਨਹੀਂ ਪਨਪ ਸਕਦਾ। ਸੋ ਸਭ ਤੋਂ ਪਹਿਲਾਂ ਸਾਨੂੰ ਆਪਣੇ ਹਿਰਦੇ ਵਿੱਚ ਦਇਆ ਪੈਦਾ ਕਰਨੀ ਪਏਗੀ। ਤੇ ਯਾਦ ਰੱਖਣਾ, ਜਿਸ ਹਿਰਦੇ ਵਿੱਚ ਧਰਮ ਨੇ ਜਨਮ ਲੈ ਲਿਆ ਤੇ ਜੇ ਉੱਥੇ ਸਬਰ ਨਹੀਂ ਹੈ, ਜੇ ਉੱਥੇ ਸੰਤੋਖ ਨਹੀਂ ਹੈ, ਤੇ ਫੇਰ ਸਮਝ ਲੈਣਾ ਵੀ ਉਹਨੇ ਹਜੇ ਧਰਮ ਨੂੰ ਸਮਝਿਆ ਹੀ ਨਹੀਂ ਹੈ। ਉਹਨੇ ਹਜੇ ਧਰਮ ਨੂੰ ਸਮਝਿਆ ਹੀ ਨਹੀਂ, ਧਰਮ ਦੀ ਪੌੜੀ ਤੇ ਹੀ ਨਹੀਂ ਚੜਿਆ ਹੈਗਾ। ਆਪਣੇ ਹਿਰਦੇ ਵਿੱਚ ਦਇਆ ਪੈਦਾ ਕਰੀਏ, ਆਪਣੇ ਹਿਰਦੇ ਵਿੱਚ ਧਰਮ ਪੈਦਾ ਕਰੀਏ, ਆਪਣੇ ਫਰਜ਼ ਨੂੰ ਪਹਿਚਾਣੀਏ ਤੇ ਆਪਣੇ ਅੰਦਰ ਸੰਤੋਖ ਪੈਦਾ ਕਰੀਏ। ਕੱਲ ਵੀ ਮੈਂ ਸੰਤੋਖ ਦੀ ਗੱਲ ਕੀਤੀ ਸੀ। ਸੰਤੋਖ ਹੋਣਾ, ਸਬਰ ਹੋਣਾ ਬਹੁਤ ਜ਼ਰੂਰੀ ਹੈ। ਅੱਜ ਜਿਹੜਾ ਅਜੋਕੀ ਜ਼ਿੰਦਗੀ ਜਿਹੜੀ ਹੈ ਉਹ ਦੌੜ ਭੱਜ ਦੀ ਇੰਨੀ ਜ਼ਿੰਦਗੀ ਹੈ, ਔਰ ਨਾਲ ਨਾਲ ਮਨੁੱਖ ਆਪਣਾ ਸੰਤੋਖ ਗਵਾ ਚੁੱਕਿਆ ਹੈ, ਸਬਰ ਗਵਾ ਚੁੱਕਿਆ ਹੈ। ਅੱਜ ਹੀ ਮੈਂ ਗੱਲ ਕਰ ਰਿਹਾ ਸਾਂ ਕਿ ਮਨੁੱਖ ਦਾ ਜਿਹੜਾ ਇਸ ਤਰ੍ਹਾਂ ਦਾ ਵਿਹਾਰ ਹੋ ਗਿਆ ਕਿ ਮਨੁੱਖ ਨੇ ਪੈਸਾ ਕਮਾਉਣਾ ਹੀ ਧਰਮ ਸਮਝ ਲਿਆ ਹੈ। ਸੰਤੋਖ ਹੈ ਹੀ ਨਹੀਂ ਹੈ। ਜਿਹੜੀ ਗੱਲ ਹੈ ਨਾ, ਸੈਂਸ ਖਟੇ ਲੱਖੋ ਉੱਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਪਤਾ ਹੈ ਜਿਹੜਾ ਦੁੱਧ ਦਾ ਪੈਕਟ ਮੈਂ ਆਪਣੇ ਬੱਚਿਆਂ ਨੂੰ ਨਹੀਂ ਪਿਲਾ ਸਕਦਾ, ਉਹ ਸਾਹਮਣੇ ਵਾਲੇ ਦੇ ਬੱਚਿਆਂ ਨੂੰ ਕਿਵੇਂ ਪਿਲਾ ਦਾਂਗਾ। ਜਿਹੜੀ ਮਠਿਆਈ ਬਾਜ਼ਾਰ ਵਿੱਚ ਮੈਂ ਤਿਆਰ ਕਰਦਾ ਪਿਆ ਆਪਣੇ ਬੱਚਿਆਂ ਨੂੰ ਨਹੀਂ ਖਵਾ ਸਕਦਾ, ਉਹ ਸਾਹਮਣੇ ਵਾਲਿਆਂ ਨੂੰ ਕਿਵੇਂ ਖਵਾ ਦਿਆਂਗਾ। ਹੱਦ ਹੋ ਗਈ ਕਿ ਕਿੱਡੀਆਂ ਮਹਾਂ ਬਿਮਾਰੀਆਂ। ਕੋਈ ਇੱਥੇ ਆਕਸੀਜਨ ਦੀ ਸੇਵਾ ਕਰ ਰਿਹਾ ਹੈ, ਕੋਈ ਆਪਣੇ ਦਸਵੰਧ ਵਿੱਚੋਂ ਦਸਵੰਧ ਕੱਢ ਕੇ ਕਿਸੇ ਨੂੰ ਮੈਡੀਸਨ ਦੇ ਰਿਹਾ ਹੈ, ਕੋਈ ਅੱਧਾ ਪ੍ਰਸ਼ਾਦਾ ਖਾ ਕੇ ਅੱਧਾ ਪ੍ਰਸ਼ਾਦਾ ਕਿਸੇ ਸਾਹਮਣੇ ਵਾਲੇ ਨੂੰ ਦੇ ਰਿਹਾ। ਪਰ ਇੱਥੇ ਉਹ ਵੀ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਸੰਤੋਖ ਨਹੀਂ ਵਸਦਾ। ਉਹ ਜਿਹੜਾ ਉਹ ਦਵਾਈਆਂ ਟੀਕੇ ਹੀ ਨਕਲੀ ਵੇਚੀ ਜਾ ਰਹੇ ਨੇ। ਸਿਰਫ ਪੈਸਾ ਕਮਾਉਣਾ ਧਰਮ ਰਹਿ ਗਿਆ। ਯਾਦ ਰੱਖਣਾ, ਧਰਮ ਵਿਖਾਵੇ ਦਾ ਨਾਮ ਨਹੀਂ ਹੈ, ਧਰਮ ਜੀਵਨ ਜਿਉਣ ਦਾ ਨਾਮ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਾਨੂੰ ਗੱਲ ਸਮਝ ਆ ਸਕੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਜੀ ਜ਼ਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਵੁੜੀ ਕਲਾਮ। ਮੇਰੇ ਮਾਲਕ ਕਹਿੰਦੇ ਨੇ ਸ੍ਰਿਸ਼ਟੀ ਵਿੱਚ ਕਈ ਜ਼ਾਤਾਂ ਦੇ, ਕਈ ਕਿਸਮਾਂ ਦੇ ਅਤੇ ਕਈ ਨਾਵਾਂ ਦੇ ਜੀਵ ਹਨ। ਗੁਰਦੇਵ ਕਹਿੰਦੇ ਇਹਨਾਂ ਸਭਨਾਂ ਨੇ ਇੱਕ ਤਾਰ ਚਲਦੀ ਕਲਮ ਨਾਲ ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਲਿਖਿਆ। ਇਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੇਤਾ ਹੋਏ। ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ
ਕੋਈ ਵਿਰਲਾ ਮਨੁੱਖ ਇਹ ਲੇਖਾ ਪਾ ਨਹੀਂ ਸਕਦਾ। ਭਾਉ ਕੋਈ ਵਿਰਲਾ ਮਨੁੱਖ ਇਹ ਲੇਖਾ ਲਿਖਣਾ ਜਾਣਦਾ ਹੈ। ਪਰਮਾਤਮਾ ਦੀ ਕੁਦਰਤ ਦਾ ਅੰਤ ਕੋਈ ਜੀਵ ਨਹੀਂ ਪਾ ਸਕਦਾ। ਜਿਹੜਾ ਉਹਦਾ ਪੈਦਾ ਕੀਤਾ ਹੋਇਆ ਜੀਵ ਹੈ ਉਹ ਉਹਦਾ ਕਿਵੇਂ ਅੰਤ ਪਾਏਗਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜੇ ਲੇਖਾ ਲਿਖਿਆ ਵੀ ਜਾਏ ਤਾਂ ਇਹ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਲੇਖਾ ਕਿੱਡਾ ਵੱਡਾ ਹੋ ਜਾਏਗਾ। ਅਕਾਲ ਪੁਰਖ ਦਾ ਬੇਅੰਤ ਬਲ ਹੈ, ਬੇਅੰਤ ਸੁੰਦਰ ਰੂਪ ਹੈ। ਕੇਤਾ ਤਾਣ, ਤਾਣ ਦਾ ਅਰਥ ਅਸੀਂ ਪੜ੍ਹ ਆਏ ਹਾਂ ਬਲ। ਸੁਹਾਲਿਓ ਰੂਪ, ਉਹਦਾ ਰੂਪ ਕਿੰਨਾ ਸੋਹਣਾ ਹੈਗਾ। ਕੇਤੀ ਦਾਤ ਜਾਣੈ ਕੌਣ ਕੂਤ, ਉਸ ਦੀ ਦਾਤ ਕਿੰਨੀ ਵੱਡੀ ਹੈ ਇਹ ਕੌਣ ਅੰਦਾਜ਼ਾ ਲਾਏਗਾ। ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ ਹੈਗਾ ਵੀ ਕਿੱਡੀ ਵੱਡੀ ਦਾਤ ਹੈ। ਅਸੀਂ ਤੇ ਜਿਹੜਾ ਉਹਨੂੰ ਰਾਤ ਨੂੰ ਵੇਖ ਕੇ, ਦਿਨ ਨੂੰ ਵੇਖ ਕੇ ਹੀ ਜਿਹੜਾ ਹੈਰਾਨ ਹੋ ਜਾਂਦੇ ਆ, ਮਾਲਕਾ ਜੇ ਤੂੰ ਦਿਨ ਨਾ ਬਣਾਉਂਦਾ ਕੀ ਹੁੰਦਾ ਸੰਸਾਰ ਦਾ, ਤੇ ਜੇ ਤੂੰ ਰਾਤ ਨਾ ਬਣਾਉਂਦਾ ਤਾਂ ਫਿਰ ਕੀ ਹੁੰਦਾ। ਕਈ ਲੋਭੀਆਂ ਨੇ ਰਾਤ ਨੂੰ ਵੀ ਰੁਕਣਾ ਨਹੀਂ ਸੀ, ਕਈ ਹਜੇ ਵੀ ਨਹੀਂ ਰੁਕਦੇ, ਵੀ ਜਿਨ੍ਹਾਂ ਦਾ ਸੰਤੋਖ ਦਾ ਥੱਲਾ ਨਹੀਂ ਉਹ ਰਾਤ ਦਿਨ ਮਿਲਾਵਟਾਂ ਕਰਨ 'ਚ ਲੱਗੇ ਹੋਏ ਨੇ ਹੈ। ਰਾਤ ਦਿਨ ਜਿਹੜਾ ਹੈ ਉਹ ਭੈੜੇ ਕੰਮਾਂ 'ਚ ਲੱਗੇ ਹੋਏ ਨੇ। ਭਾਈ ਉਸ ਕਰਤੇ ਪੁਰਖ ਵਾਹਿਗੁਰੂ ਜੀ ਦੀਆਂ ਕਿੱਡੀਆਂ ਵੱਡੀਆਂ ਦਾਤਾਂ ਤੁਹਾਡੇ ਕੋਲ ਨੇ, ਉਹਨਾਂ ਦਾਤਾਂ ਨੂੰ ਹੰਡਾਓ, ਅਕਾਲ ਪੁਰਖ ਦਾ ਸ਼ੁਕਰਾਨਾ ਕਰੋ, ਉਹਦਾ ਧੰਨਵਾਦ ਕਰੋ, ਆਪਣੇ ਅੰਦਰ ਸਬਰ ਸੰਤੋਖ ਲੈ ਕੇ ਆਓ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇਹ ਕਿਸੇ ਦੇ ਨਾਲ ਨਹੀਂ ਜਾਣਾ ਦੌਲਤ ਦੁਲਤ ਕਮਾਈ ਹੋਈ। यूं तो यारो बहुत कमाया, क्या हीरे क्या मोती, पर सच जानना कफन में जेब नहीं होती। गुरदेव पातशाह कहते ने केती दात जाने कौन कूत। भाई उस मालिक दियां दातां दा कौन अंदाज़ा ला सकता है। अकाल पुरख ने अपने हुक्म नाल सारा संसार बना दिता है। कीता पसाओ एको कुआओ, कुआओ का अर्थ हुंदा हुक्म। मेरे मालिक ने जिन्ना भी सारा दूर दूर तक सानू नज़र आ रहा है उस मालिक दे एक हुक्म नाल ही होंद विच आए, एक हुक्म नाल ही बने। तिसते होए लख दरियाओ। गुरदेव पातशाह कहते ने कि उस दे हुक्म नाल ही जिंदगी दे लखां दरिया बन गए ने। ते मेरे मालिक धन गुरु नानक साहब तो बलिहार जाइए। गुरदेव कहते ने कुदरत कवण का विचार, वारिया न जावा एक बार। मेरी की ताकत है कि करतार दी कुदरती विचार कर सका। हे अकाल पुरख जीओ मैं तो तुहाडे तो एक बार भी सदके जाण जोगा नहीं। मेरे मालिक जो तुद भावै साई भली कार, जो तुहानू भाउंदा है वो मैनू प्रवान है। तू सदा सलामत निरंकार। हे निरंकार जीओ तुसी सदा अटल रहन वाले हो। जो तुहानू चंगा लगता है वो प्रवान है। पाओ तेरी रज़ा विच रहना मैं खिड़े मत्थे प्रवान करदा हाँ। आओ इस पौड़ी का जेड़ा विस्तार है वो सत्कारयोग वीर जी आप जी नू पढ़ के सुनाउणगे। ਪ੍ਰਵਾਨ ਹੋਣਾ ਪੰਚ ਨੇ। ਪੰਚ ਉਹ ਹੈ ਜਿਹਨੇ ਗੁਰੂ ਦੇ ਬਚਨਾਂ ਨੂੰ ਸੁਣਿਆ ਤੇ ਸੁਣਨ ਤੋਂ ਬਾਅਦ ਮੰਨ ਲਿਆ। ਮੈਂ ਫਿਰ ਦੁਹਰਾਵਾਂ, ਜਿਹਨੇ ਸੁਣਿਆ ਸੁਣਨ ਤੋਂ ਬਾਅਦ ਮੰਨ ਲਿਆ। ਹੁਣ ਸਾਡੀ ਹਾਲਤ ਇਹ ਹੈ ਜਿਵੇਂ ਕੋਈ ਮਨੁੱਖ ਬਿਮਾਰ ਹੋਵੇ ਨਾ, ਉਹ ਡਾਕਟਰ ਕੋਲ ਜਾਂਦਾ ਹੈ, ਡਾਕਟਰ ਦੇ ਕੇ ਉਹਨੂੰ ਦਵਾਈ ਦਿੰਦਾ ਹੈ, ਦਵਾਈ ਦੇ ਕੇ ਤੇ ਫਿਰ ਕੁਝ ਪਰਹੇਜ਼ ਦੱਸਦਾ ਹੈ। ਜੇ ਸ਼ੂਗਰ ਵਾਲਾ ਹੈ ਤੇ ਉਹਨੂੰ ਕਹੇਗਾ ਮਿੱਠਾ ਨਹੀਂ ਖਾਣਾ, ਜੇ ਹਾਰਟ ਦੀ ਪ੍ਰੋਬਲਮ ਹੈ ਤੇ ਉਹ ਕਹੇਗਾ ਤੂੰ ਜਿਹੜਾ ਹੈਗਾ ਘਿਓ ਨਹੀਂ ਖਾਣਾ, ਬਲੱਡ ਪ੍ਰੈਸ਼ਰ ਵਾਲਾ ਹੈ ਤੇ ਕਹੇਗਾ ਤੂੰ ਲੂਣ ਨਹੀਂ ਕਰਨਾ। ਹੁਣ ਮੇਰੇ ਵਰਗਾ ਬੰਦਾ ਕਵੇ ਵੀ ਤੁਹਾਡੀ ਫੀਸ ਕਿੰਨੀ ਹੈ, ਉਹ ਕਵੇ ਜੀ ਮੇਰੀ ਫੀਸ ਹੈ 500 ਰੁਪਈਆ, ਆ ਚੱਕੋ 1500 ਰੁਪਈਆ। 500 ਕਿਹਾ ਹੈ ਨਾ, ਤੁਹਾਨੂੰ ਮੈਂ 3 ਗੁਣਾ ਦੇ ਰਿਹਾ, ਆ ਲਓ 1500 ਰੁਪਈਆ। ਦਵਾਈ ਵੀ ਆਪ ਖਾ ਲਓ ਤੇ ਪਰਹੇਜ਼ ਵੀ ਆਪ ਰੱਖ ਲਓ, ਪਰ ਮੈਂ ਠੀਕ ਹੋਣਾ ਚਾਹੀਦਾ। ਦੱਸੋ ਇੱਦਾਂ ਹੋ ਸਕਦਾ? ਨਹੀਂ ਹੋ ਸਕਦਾ ਨਾ।
ਅਸੀਂ ਕਹਿੰਦੇ ਆ ਭਾਈ ਸਾਹਿਬ ਦੱਸੋ ਭੇਟਾ ਕਿੰਨੀ, ਆਪ ਹੀ ਪਾਠ ਕਰ ਲਓ, ਆਪ ਹੀ ਸੁਣ ਲਓ, ਫਲ ਮੈਨੂੰ ਪੂਰਾ ਮਿਲਣਾ ਚਾਹੀਦਾ। ਹੁਣ ਜੋੜੋ ਦੋਨੋਂ ਉਦਾਹਰਨਾਂ ਨੂੰ ਆਪਸ ਵਿੱਚ। ਇੱਦਾਂ ਤਾਂ ਨਹੀਂ ਪੰਚ ਬਣਿਆ ਜਾਂਦਾ ਵੀ ਕੋਈ ਹੋਰ ਹੀ ਪਾਠ ਕਰ ਲਵੇ, ਹੋਰ ਹੀ ਪਰਹੇਜ਼ ਰੱਖ ਲਵੇ, ਸਾਨੂੰ ਨਾ ਕੁਝ ਰੱਖਣਾ ਪਵੇ। ਇਸ ਤਰ੍ਹਾਂ ਨਹੀਂ ਹੁੰਦਾ। ਇੱਥੇ ਪੰਚ ਉਹ ਹੈ ਜਿਹਨੇ ਸੁਣਿਆ ਗੁਰੂ ਕੋਲੋਂ ਆਪ ਤੇ ਮੰਨਿਆ ਵੀ ਉਹਨੇ ਆਪ ਹੀ ਹੈ। ਫਿਰ ਉਹਦੇ ਨਾਲ ਕੀ ਹੋ ਗਿਆ? ਕਿਉਂਕਿ ਬੜੀ ਪਿਆਰੀ ਇਹ 'ਚ ਪੰਕਤੀ ਆਈ, ਪੰਚਾਂ ਕਾ ਗੁਰ ਏਕ ਧਿਆਨ। ਧਿਆਨ ਬੜਾ ਮਹੱਤਵਪੂਰਨ ਹੈ। ਤੁਸੀਂ ਵੇਖੋ ਸਾਡੀ ਸ਼ਬਦਾਵਲੀ ਦੇ ਵਿੱਚ ਮਾਂ ਵੱਡੇ ਪੁੱਤ ਨੂੰ ਕਹਿੰਦੀ, ਪੁੱਤ ਮੈਂ ਜਰਾ ਆਈ, ਤੂੰ ਛੋਟੇ ਦਾ ਧਿਆਨ ਰੱਖੀ। ਇਹੀ ਕਹਿੰਦੇ ਨਾ। ਬੱਚਾ ਚੱਲਿਆ ਗੱਡੀ ਲੈ ਕੇ ਤੇ ਅਸੀਂ ਕੀ ਕਹਿੰਦੇ ਆ? ਪੁੱਤ ਧਿਆਨ ਨਾਲ ਗੱਡੀ ਚਲਾਈ। ਤੇ ਉਹ ਕਵੇ ਕਿ ਉਹ ਹੱਥਾਂ ਨਾਲ ਨਾ ਚਲਾਵਾਂ, ਪੈਰਾਂ ਨਾਲ ਨਾ ਚਲਾਵਾਂ। ਪੜ੍ਹਾਈ ਦੀ ਗੱਲ ਹੋਈ, ਅਸੀਂ ਕੀ ਕਹਿੰਦੇ ਆ? ਧਿਆਨ ਨਾਲ ਪੜ੍ਹਿਆ ਕਰੋ। ਕਦੇ ਕਹਿੰਦੇ ਕਿ ਅੱਖਾਂ ਨਾਲ ਪੜ੍ਹਿਆ ਕਰੋ, ਮੂੰਹ ਨਾਲ ਪੜ੍ਹਿਆ ਕਰੋ, ਜਾਂ ਹੱਥਾਂ ਨਾਲ ਗੱਡੀ ਚਲਾਇਆ। ਸਾਰੇ ਕੀ ਕਹਿੰਦੇ ਆ? ਧਿਆਨ ਨਾਲ ਪੜ੍ਹੋ, ਧਿਆਨ ਨਾਲ ਗੱਡੀ ਚਲਾਓ, ਧਿਆਨ ਰੱਖੋ, ਕਿਉਂਕਿ ਕੰਮ ਧਿਆਨ ਦਾ ਹੀ ਹੈ। ਇੱਕ ਵਕਤ ਐਸਾ ਆਉਂਦਾ ਹੈ, ਬੱਚਾ ਸਾਈਕਲ ਚਲਾਉਂਦਾ ਤੇ ਸਾਈਕਲ ਚਲਾਉਂਦਾ ਚਲਾਉਂਦਾ ਹੱਥ ਛੱਡ ਦਿੰਦਾ, ਫਿਰ ਵੀ ਚਲਾਈ ਜਾਂਦਾ। ਪੈਰ ਵੀ ਚੁੱਕ ਦਿੰਦਾ ਹੈ, ਫਿਰ ਵੀ ਚਲਾਈ ਜਾਂਦਾ। ਅੱਜ ਕੱਲ੍ਹ ਤਾਂ ਬਹੁਤ ਸਟੰਟ ਕਰਦੇ ਨੇ ਜੋ ਮੋਟਰਸਾਈਕਲ ਦੇ ਉੱਤੇ ਖੜੇ ਹੋ ਕੇ ਵੀ ਜਿਹੜੇ ਹੈਗੇ ਆ ਮੋਟਰਸਾਈਕਲ ਚਲਾਉਂਦੇ ਆ। ਉਹ ਰੱਖ ਕੀ ਰਹੇ ਆ ਭਲਾ? ਉਹ ਧਿਆਨ ਰੱਖ ਰਹੇ ਆ। ਗੱਡੀ ਸੱਚਮੁੱਚ ਧਿਆਨ ਦੇ ਨਾਲ ਹੀ ਚਲਾਈ ਜਾਂਦੀ ਹੈ। ਜਿਨ੍ਹਾਂ ਦੇ ਹੱਥ ਨਾ ਹੋਣ ਉਹ ਵੀ ਗੱਡੀ ਚਲਾਉਂਦੇ ਹੈ, ਜਿਨ੍ਹਾਂ ਦੇ ਪੈਰ ਨਾ ਹੋਣ ਉਹ ਵੀ ਗੱਡੀ ਚਲਾਉਂਦੇ ਹੈ। ਪਰ ਗੱਡੀ ਚਲਾਉਂਦੇ ਆ ਜੇ ਧਿਆਨ ਨਾ ਰੱਖੀਏ ਤੇ ਫਿਰ ਕੀ ਹੁੰਦਾ? ਫਿਰ ਤੇ ਐਕਸੀਡੈਂਟ ਹੀ ਹੈ। ਇਸੇ ਢੰਗ ਦੇ ਨਾਲ ਅਸੀਂ ਜੀਵਨ ਜਿਉਂਦਿਆਂ ਹੋਇਆਂ ਜੇ ਗੁਰੂ ਦੀ ਕਹੀ ਹੋਈ ਗੱਲ ਦਾ ਧਿਆਨ ਹੀ ਨਹੀਂ ਰੱਖਾਂਗੇ, ਫਿਰ ਆਪਾਂ ਪੰਚ ਨਹੀਂ ਬਣ ਸਕਦੇ। ਸਾਡਾ ਧਿਆਨ ਇੱਕ ਗੁਰੂ ਦੇ ਵੱਲ ਹੋਣਾ ਚਾਹੀਦਾ। ਸਾਡਾ ਧਿਆਨ ਹੈ ਕੇਵਲ ਇੱਕ ਗੁਰੂ। ਗੁਰੂ ਕੀ ਕਹਿੰਦਾ ਹੈ ਉਸ ਤਰ੍ਹਾਂ ਹੀ ਮੈਂ ਕਰਨਾ, ਮੈਂ ਹੋਰ ਕੋਈ ਨਹੀਂ ਕਰਦਾ। ਜਦੋਂ ਫਿਰ ਗੁਰੂ ਦੀ ਗੱਲ ਬੰਦਾ ਮੰਨਦਾ ਫਿਰ ਬਣਦਾ ਹੈ ਪੰਚ। ਫਿਰ ਕੀ ਬਣਦਾ ਹੈ? ਪੰਚ। ਤੇ ਪੰਚ 'ਚ ਖੂਬੀਆਂ ਆਉਂਦੀਆਂ ਨੇ। ਗੁਰੂ ਦੀ ਗੱਲ ਮੰਨੀ ਹੈ ਨਾ, ਦੱਸੋ ਉਹ 'ਚ ਕਾਮ ਹੋਏਗਾ? ਨਹੀਂ। ਉਹ 'ਚ ਕ੍ਰੋਧ ਹੋਏਗਾ? ਨਹੀਂ। ਲੋਭ ਹੋਏਗਾ? ਨਹੀਂ। ਕਿਉਂ? ਉਹਨੇ ਗੁਰੂ ਦੀ ਗੱਲ ਮੰਨੀ ਹੈ। ਆਓ ਆਪਾਂ ਇੱਕ ਪੰਕਤੀ ਦੇ ਨਾਲ ਸਮਝੀਏ ਪੰਚ ਕਿਹਨੂੰ ਕਹਿੰਦੇ ਆ। ਬੜੀ ਪਿਆਰੀ ਪੰਕਤੀ ਆ। ਹਜ਼ੂਰ ਕਹਿਣ ਲੱਗੇ, ਪੰਚ ਮਨਾਏ ਪੰਚ ਰੁਸਾਏ, ਪੰਚ ਮਨਾਏ ਪੰਚ ਰੁਸਾਏ, ਪੰਚ ਮਨਾਏ ਪੰਚ ਰੁਸਾਏ, ਪੰਚ ਮਨਾਏ ਪੰਚ ਰੁਸਾਏ, ਪੰਚ ਵਸਾਏ ਪੰਚ ਗਵਾਏ, ਪੰਚ ਵਸਾਏ ਪੰਚ ਗਵਾਏ, ਪੰਚ ਵਸਾਏ ਪੰਚ ਗਵਾਏ, ਪੰਚ ਵਸਾਏ ਪੰਚ ਗਵਾਏ। ਹੁਣ ਆਹ ਗੱਲ ਚੰਗੀ ਤਰ੍ਹਾਂ ਸਮਝ ਲਈਏ। ਪੰਚ ਮਨਾਏ, ਉਹਨੇ ਪੰਜਾਂ ਨੂੰ ਮਨਾ ਲਿਆ। ਕਿਹਨਾਂ ਨੂੰ ਮਨਾਈਦਾ? ਜੋ ਰੁੱਸੇ ਹੋਣ। ਰੁੱਸਿਆ ਕੌਣ ਹੈ ਸਾਡੇ ਤੋਂ? ਸੰਤੋਖ ਸਾਡੇ ਘਰ ਆਉਂਦਾ ਹੀ ਨਹੀਂ, ਸੱਤ ਆਉਂਦਾ ਹੀ ਨਹੀਂ, ਦਇਆ ਆਉਂਦੀ ਉਹ ਨਹੀਂ, ਧਰਮ ਆਉਂਦਾ ਹੀ ਨਹੀਂ ਸਾਡੇ ਘਰ ਵਿੱਚ, ਧੀਰਜ ਆਉਂਦਾ ਹੀ ਨਹੀਂ। ਰੁੱਸੇ ਜੋ ਹੋਏ ਹੈ। ਕਹਿੰਦੇ ਜਿਹੜਾ ਇਹਨਾਂ ਨੂੰ ਮਨਾ ਲਵੇ। ਮਨਾਈ ਦਾ ਕਿਵੇਂ ਹੈ? ਸੱਦਾ ਦਿਓ ਉਹਨਾਂ ਨੂੰ, ਆਦਰ ਮਾਣ ਦਿਓ ਉਹਨਾਂ ਨੂੰ, ਇਨਵੀਟੇਸ਼ਨ ਦਿਓ। ਅਸੀਂ ਭਗਤ ਪੂਰਨ ਸਿੰਘ ਦੀ ਗੱਲ ਕਰਾਂਗੇ, ਪਰ ਕੋਈ ਮਾਂ ਪਿਓ ਨਹੀਂ ਚਾਹੁੰਦਾ ਸਾਡਾ ਪੁੱਤ ਭਗਤ ਪੂਰਨ ਸਿੰਘ ਵਰਗਾ ਬਣ ਜਾਏ। ਕਿਉਂ? ਉਹਨੇ ਤਾਂ ਘਰ ਲੁਟਾ ਦੇਣਾ। ਉਹਨਾਂ ਤੇ ਘਰ ਉਹਨਾਂ ਨੂੰ ਲਿਆਉਣਾ ਜੋ ਬੋਲ ਨਹੀਂ ਸਕਦੇ, ਜੋ ਸੁਣ ਨਹੀਂ ਸਕਦੇ, ਜਿਨ੍ਹਾਂ ਦਾ ਦਿਮਾਗ ਜਿਹੜਾ ਹੈਗਾ ਉਹ ਜ਼ਿਆਦਾ ਵਿਕਸਿਤ ਨਹੀਂ। ਉਹਨੇ ਤਾਂ ਸੇਵਾ ਵਾਸਤੇ ਘਰ ਲਿਆਉਣੇ ਹੈ। ਕੋਈ ਮਾਂ ਬਾਪ ਨਹੀਂ ਚਾਹੁੰਦਾ ਸਾਡਾ ਪੁੱਤ ਭਗਤ ਪੂਰਨ ਸਿੰਘ ਬਣ ਜਾਏ। ਕਿਉਂ? ਸੰਤੋਖ ਨਹੀਂ ਹੈਗਾ।
ਪਰ ਪੰਚ ਉਹ ਹੈ ਜਿਹਨੇ ਇਹਨਾਂ ਨੂੰ ਮਨਾ ਲਿਆ ਹੈ, ਉਹਦੇ ਘਰ ਦੇ ਵਿੱਚ ਇਹਨਾਂ ਦਾ ਆਉਣਾ ਜਾਣਾ ਹੈ, ਉਹ ਘਰ ਵਿੱਚ ਰਹਿੰਦੇ ਹੈ। ਪੰਚ ਮਨਾਏ ਤੇ ਅਗਲਾ ਹੈ ਪੰਚ ਰੁਸਾਏ, ਪੰਜਾਂ ਨੂੰ ਰੁਸਾ ਲਵੇ। ਰੁਸਾਈ ਦਾ ਕਿਹਨੂੰ ਹੈ? ਜੋ ਦੋਸਤ ਹੋਣ, ਰੋਜ਼ ਉੱਠਣਾ ਬੈਠਣਾ ਹੋਵੇ, ਉਹਨਾਂ ਨੂੰ ਰੁਸਾਣਾ ਪੈਂਦਾ ਹੈ ਨਾ। ਤੇ ਰੁਸਾਣਾ ਤਾਂ ਬੜਾ ਸੌਖਾ ਹੀ ਹੈ, ਮਨਾਉਣਾ ਔਖਾ ਹੁੰਦਾ ਕਈ ਵਾਰੀ। ਰੁਸਾਉਣਾ ਕੀ ਹੈ? ਤੁਹਾਡੇ ਘਰ ਕੋਈ ਆਏ, ਤਿਉੜੀਆਂ ਪਾ ਕੇ ਕਿਉਂ, ਅੱਛਾ ਤੂੰ ਆਇਆ ਹੈ, ਬਹਿ ਜਾ, ਤੇ ਆਪ ਦੂਜੇ ਕਮਰੇ ਜਾ ਕੇ ਬਹਿ ਜਾਓ। ਰੁੱਸ ਜਾਏਗਾ ਨਾ, ਰੁੱਸ ਜਾਏਗਾ ਨਾ। ਬੜਾ ਸੌਖਾ ਹੈ। ਕੋਈ ਦਰਵਾਜ਼ਾ ਖੜਕਾਏ, ਦਰਵਾਜ਼ਾ ਖੋਲ੍ਹੇ, ਅੱਛਾ ਤੂੰ ਹੈ, ਦਰਵਾਜ਼ਾ ਬੰਦ ਕਰ ਦਿਓ, ਰੁੱਸ ਗਿਆ। ਅੱਜ ਕੱਲ੍ਹ ਤਾਂ ਹੋਰ ਸੌਖਾ ਹੈ, ਮੈਂ ਤੈਨੂੰ ਫੋਨ ਕੀਤਾ ਸੀ, ਤੂੰ ਚੁੱਕਿਆ ਕੋਈ ਨਹੀਂ, ਮੈਂ ਵਿਹਲਾ ਤੇਰੇ ਵਰਗੇ ਬੰਦੇ ਨਾਲ ਬੋਲਣ ਵਾਸਤੇ, ਰੁੱਸ ਗਿਆ ਅਗਲਾ। ਸੌਖਾ ਹੈ ਰੁਸਾਣਾ। ਤੇ ਪੰਜਾਂ ਨੂੰ ਰੁਸਾਣਾ ਹੈ। ਕਿਹਨਾਂ ਨੂੰ? ਕਾਮ। ਬੜੀ ਯਾਰੀ ਸਾਡੀ ਉਹਦੇ ਨਾਲ, ਅਸੀਂ ਵੇਖਦੇ ਉਹ ਹਾਂ, ਸੁਣਦੇ ਉਹ ਹਾਂ, ਗੱਲਾਂ ਉਹਦੀਆਂ ਕਰਦੇ ਹਾਂ, ਸੋਚਦੇ ਉਹ ਹਾਂ ਜਿਹਦੇ ਵਿੱਚੋਂ ਕੰਮ ਨਾ ਹੋਵੇ। ਇਹਨੂੰ ਰਸਾਓ, ਟੁੱਟ ਕੇ ਪੈ ਜਾਓ ਇਹਦੇ ਉੱਤੇ। ਹੇ ਕਾਮੰ ਨਰਕ ਵਿਸ਼ਰਾਮੰ, ਬਹੁਤ ਜੋਨੀ ਭਰਮਾਵਣਾ, ਮੇਰੇ ਘਰ ਕੀ ਕਰਨਾ ਇਹਨੂੰ, ਦੌੜ ਜਾ ਇੱਥੋਂ ਦੀ। ਰੁੱਸ ਜਾਏਗਾ। ਅਸੀਂ ਤੇ ਖੁਸ਼ ਹੋ ਜਾਂਦੇ ਜੇ ਕੋਈ ਇਹੀਆਂ ਗੱਲਾਂ ਹੋਣ, ਤਾੜੀ ਮਾਰ ਮਾਰ ਕੇ ਹੱਸਦੇ ਹਾਂ ਅਸੀਂ। ਤੇ ਇਹਨਾਂ ਨੂੰ ਰੁਸਾਣਾ ਹੈ। ਕਾਮ, ਕ੍ਰੋਧ, ਕ੍ਰੋਧ ਨੂੰ ਰੁਸਾਣਾ ਹੈ। ਆ ਕਈ ਨੌਜਵਾਨ ਮੈਂ ਵੇਖੇ ਜਿਮ ਆਦਿਕ ਕਰਦੇ ਹੈ। ਕਈ ਵਾਰ ਵੈਸੇ ਗੱਲਾਂ ਗੱਲਾਂ 'ਚ ਬੜੇ ਡੋਲੇ ਬਣਾਏ, ਬਈ ਤੂੰ ਐਸੇ ਗਿਆਨੀ, ਤੁਹਾਨੂੰ ਪਤਾ ਹੈ ਕਈ ਵਾਰ ਕੋਈ ਦੰਦ ਦੁੰਦ ਭੰਨਣੇ ਪੈ ਜਾਂਦੇ ਹੈ। ਉਹਨੇ ਇਹ ਨਹੀਂ ਕਿਹਾ ਸਿਹਤ ਵਾਸਤੇ, ਉਹ ਦੰਦ ਭੰਨਣ ਵਾਸਤੇ ਜਿਮ ਕਰ ਰਿਹਾ। ਇਹਦਾ ਮਤਲਬ ਇੱਕਦਮ ਕ੍ਰੋਧ ਹੈ ਉਹਦੇ ਅੰਦਰ। ਇਹਨੂੰ ਤਾਂ ਰੁਸਾਣਾ ਸੀ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਪੰਜਾਂ ਨੂੰ ਰੁਸਾ ਲਵੇ। ਪੰਜ ਵਸਾਏ। ਵਸਾਈ ਦਾ ਕਿਹਨੂੰ ਹੈ? ਜੋ ਉਜੜਿਆ ਹੋਵੇ। ਸਾਡੇ ਵਿੱਚੋਂ ਉਜੜੇ ਹੋਏ ਹੈ ਕਈ। ਕੀ? ਇਹ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਪਾਣੀ ਦਾ ਸੁਭਾਅ ਹੈ ਸੀਤਲਤਾ, ਨਿਰਮਲਤਾ। ਬਣਿਆ ਹੈ ਨਾ ਸਰੀਰ, ਇੱਕ ਤੱਤ ਪਾਣੀ ਹੈ, ਪਰ ਸਾਡੇ 'ਚ ਨਿਰਮਲਤਾ ਹੈ ਹੀ ਨਹੀਂ, ਉਜੜੀ ਹੋਈ ਹੈ, ਸੀਤਲਤਾ ਹੈ ਹੀ ਨਹੀਂ। ਪਾਣੀ ਤੋਂ ਨਿਰਮਲਤਾ ਦਾ ਗੁਣ ਆਪਣੇ ਅੰਦਰ ਵਸਾਵੇ। ਇਸ ਤਰ੍ਹਾਂ ਧਰਤੀ, ਧਰਤੀ ਦੇਖੋ ਕਿੰਨੀ ਨਿਮਰਤਾ ਵਿੱਚ ਹੈ, ਸਾਰਿਆਂ ਨੇ ਪੈਰ ਰੱਖਿਆ ਉਹਦੇ ਉੱਤੇ। ਧਰਤੀ ਦਾ ਗੁਣ ਹੈ ਨਿਮਰਤਾ, ਅਸੀਂ ਉਹ ਆਪਣੇ ਅੰਦਰ ਵਸਾਈਏ। ਹਵਾ ਦਾ ਗੁਣ ਕੀ ਹੈ? ਬਰਾਬਰਤਾ। ਅਮੀਰ ਹੋਵੇ ਗਰੀਬ ਹੋਵੇ, ਦੋਹਾਂ ਨੂੰ ਬਰਾਬਰ ਲੱਗਦੀ, ਦੋਹਾਂ ਨੂੰ ਸਾਹ ਦੇ ਰਹੀ ਹੈ। ਸਾਡੇ 'ਚ ਬਰਾਬਰਤਾ ਹੈ ਹੀ ਨਹੀਂ, ਅਸੀਂ ਇਹ ਗੁਣ ਵਸਾਈਏ। ਆਕਾਸ਼ ਹੈ ਵਿਸ਼ਾਲਤਾ ਦਾ, ਜਿੱਧਰ ਮਰਜ਼ੀ ਵੇਖੋ ਵਿਸ਼ਾਲਤਾ। ਸਾਡੀ ਸੋਚ ਸੰਕੀਰਣ, ਛੋਟੀ ਜਿੰਨੀ, ਲੜ ਪੈਂਦੇ ਆ ਜਦੇ, ਇਹਨੇ ਕੀ ਕਹਿਤਾ ਉਹਨੇ ਕੀ ਕਹਿਤਾ, ਸੰਕੀਰਣ ਸੋਚ ਹੈ ਸਾਡੀ। ਤੇ ਅਗਨੀ ਜੋ ਮੈਲ ਕੱਟਦੀ ਹੈ ਹਰੇਕ ਦੀ। ਮੈਲੇ ਕੱਪੜੇ ਹੋਣ, ਗਰਮ ਪਾਣੀ 'ਚ ਕਰੋ, ਠੀਕ ਹੋ ਜਾਏਗਾ। ਟੀਕੇ ਜਿਹੜੇ ਨੇ ਕੀਟਾਣੂ ਵਾਲੇ ਨੇ, ਉਬਾਲ ਦਿਓ, ਠੀਕ ਹੋ ਜਾਏਗਾ। ਪਾਣੀ ਹੈ, ਕਰੋਨਾ ਆ ਗਿਆ, ਉਬਾਲ ਕੇ ਪੀਆ ਕਰੋ, ਕਿਉਂਕਿ ਅਗਨੀ ਸਭ ਤਰ੍ਹਾਂ ਦੀ ਮੈਲ ਕੱਟਦੀ ਹੈ। ਤੇ ਸਾਡੇ ਵਿੱਚ ਵੀ ਇਹ ਗੁਣ ਹੋਣਾ ਚਾਹੀਦਾ ਨਾ, ਸਾਡੇ 'ਚ ਗੁਣ ਹੈ ਨਹੀਂ। ਹਜ਼ੂਰ ਕਹਿੰਦੇ ਜਿਨ੍ਹਾਂ ਨੇ ਪੰਜਾਂ ਤੱਤਾਂ ਤੋਂ ਇਹ ਗੁਣ ਲੈ ਕੇ ਆਪਣੇ ਅੰਦਰ ਵਸਾ ਲਏ, ਉਹ ਹੈ ਪੰਚ। ਤੇ ਪੰਚ ਗਵਾਏ, ਗਵਾ ਲੈਣਾ। ਗਵਾਈ ਦਾ ਕਿਹਨੂੰ ਹੈ? ਜੋ ਗੱਲ ਬੜੀ ਸਾਂਭ ਕੇ ਰੱਖੀ ਹੋਵੇ ਨਾ, ਉਹਨੂੰ ਕਹਿੰਦੇ ਗਵਾ ਲੈ ਭਾਈ। ਇਹਨੂੰ ਗਵਾਚ ਜਾਏ, ਲੱਭੇ ਹੀ ਕੋਈ ਨਾ। ਕੀ ਗਵਾਣਾ ਭਲਾ? ਸਾਡੇ ਨੇ ਪੰਜ ਗਿਆਨ ਇੰਦਰੇ, ਇਹਨਾਂ ਨੇ ਕਈ ਚੀਜ਼ਾਂ ਸਾਂਭ ਕੇ ਰੱਖੀਆਂ। ਅੱਖਾਂ ਨੇ ਪਰਾਇਆ ਰੂਪ ਦੇਖਣਾ ਬਹੁਤ ਸਾਂਭ ਕੇ ਰੱਖਿਆ ਹੋਇਆ ਹੈ। ਦੋਸ਼ ਹੈ ਨਾ ਇਹਦਾ, ਕਹਿੰਦੇ ਗਵਾਚ ਜਾਏ। ਕੰਨ ਜਿਹੜੇ ਨਿੰਦਿਆ ਸੁਣਨ ਦੀ ਵਾਦੀ ਨੂੰ ਬੜਾ ਸੰਭਾਲ ਕੇ ਰੱਖਦੇ ਹੈ। ਅੱਛਾ ਕੀ ਹੋਇਆ? ਕੰਨ ਲਾ ਲਾ ਕੇ ਦੇਖਦੇ ਹੈ। ਕਹਿੰਦੇ ਗਵਾਚ ਜਾਏ, ਇਹ ਵਾਲਾ ਦੋਸ਼। ਜੀਭ ਚਸਕਿਆਂ ਵਿੱਚ ਫਸੀ ਹੋਈ ਹੈ, ਇਹ ਗਵਾਚ ਜਾਏ, ਇਹਦਾ ਇਹ ਵਾਲਾ ਦੋਸ਼। ਨੱਕ ਸਾਡਾ ਖੁਸ਼ਬੂਆਂ ਦੇ ਮਗਰ ਦੌੜਦਾ, ਕਿੱਡੇ ਪ੍ਰਕਾਰ ਦੇ ਸੈਂਟ, ਦੂਜੇ ਨੂੰ ਭਾਵੇਂ ਨਿੱਛਾਂ ਲੱਗੀ ਜਾਣ, ਅਸੀਂ ਤਾਂ ਪੂਰਾ ਛਿੜਕਣਾ ਆਪਣੇ ਉੱਤੇ। ਕਿੰਨੇ ਪ੍ਰਕਾਰ ਦੀਆਂ ਦੇਖੋ ਅਸੀਂ ਐਡਵਰਟਾਈਜ਼ਮੈਂਟ ਦੇਖਦਾ ਹਾਂ, ਔਰ ਮੈਂ ਹੈਰਾਨ ਹੋ ਜਾਂਦਾ ਵੀ ਅਸੀਂ ਕੈਸੇ ਦੇਸ਼ ਵਿੱਚ ਰਹਿ ਰਹੇ ਹਾਂ। ਇੰਨੇ ਬੇਅਕਲੇ ਲੋਕ ਹੈ, ਅਸੀਂ ਦੇਖ ਵੀ ਰਹੇ ਹਾਂ।
ਸੈਂਟ ਦੀ ਜਦੋਂ ਵੀ ਮਸ਼ਹੂਰੀ ਬਣਾਈ, ਕਿੱਦਾਂ ਦੀ ਮਸ਼ਹੂਰੀ ਬਣਾਈ? ਆ ਬੀਬੀਆਂ ਨੂੰ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਕੀ ਸਮਝਿਆ ਤੁਹਾਨੂੰ ਇਹਨਾਂ ਲੋਕਾਂ ਨੇ ਵੀ ਇੱਕ ਬੰਦਾ ਸੈਂਟ ਜਿਹਾ ਛਿੜਕ ਕੇ ਗਿਆ ਤੇ ਜਿਹੜੀਆਂ ਬੀਬੀਆਂ ਉੱਡ ਉੱਡ ਕੇ ਉਹਦੇ ਉੱਤੇ ਡਿੱਗ ਰਹੀਆਂ? ਲੱਖ ਲਾਹਨਤ ਹੈ ਤੁਹਾਡੇ ਉੱਤੇ। ਇਹ ਕੈਸੇ ਸਮਾਜ ਵਿੱਚ ਅਸੀਂ ਰਹਿ ਰਹੇ ਹਾਂ? ਇਸ ਕਰਕੇ ਸੈਂਟ ਤੁਸੀਂ ਲਾਉਣੇ? ਜਾਂ ਤੁਸੀਂ ਬੀਬੀਆਂ ਨੂੰ ਕੀ ਸਮਝਿਆ ਹੋਇਆ? ਪਰ ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਉਹ ਮਸ਼ਹੂਰੀ ਦੇ ਕੇ ਅਸੀਂ ਵੀ ਖਰੀਦ ਲੈ ਕੇ ਆਉਂਦੇ ਹਾਂ, ਕਿਉਂਕਿ ਸਾਡੇ ਅੰਦਰ ਵੀ ਇੱਛਾ ਹੀ ਹੈ ਵੀ ਸਾਡੇ ਉੱਤੇ ਵੀ ਐਂ ਡਿੱਗਣ। ਸੋਚ ਕੇ ਵੇਖੋ ਅਸੀਂ ਕਿੱਥੇ ਫਸੇ ਹੋਏ ਹਾਂ। ਹਜ਼ੂਰ ਕਹਿੰਦੇ ਜਿਹਨੇ ਇਹ ਗਵਾ ਲਿਆ, ਇਹ ਦੋਸ਼ ਗਵਾ ਲਿਆ ਆਪਣੇ ਉੱਤੋਂ, ਤੇ ਚਮੜੀ ਸਾਡੀ ਆਰਾਮ ਪਸੰਦ ਹੈ, ਕਹਿੰਦੇ ਇਹ ਦੋਸ਼ ਗਵਾਚ ਜਾਣ। ਜਿਹੜਾ ਕਰ ਲਵੇ, 5 ਸ਼ੁਭ ਗੁਣਾਂ ਨੂੰ ਮਨਾ ਲਵੇ, 5 ਅਵਗੁਣਾਂ ਨੂੰ ਰੁਸਾ ਲਵੇ, 5 ਤੱਤਾਂ ਦੇ ਗੁਣਾਂ ਨੂੰ ਵਸਾ ਲਵੇ ਤੇ 5 ਗਿਆਨ ਇੰਦਰੀਆਂ ਦੇ ਦੋਸ਼ਾਂ ਨੂੰ ਗਵਾ ਲਵੇ, ਉਹਨੂੰ ਕਹਿੰਦੇ ਆ ਪੰਚ। ਉਹ ਹੁੰਦਾ ਹੈ ਪ੍ਰਵਾਨ, 5 ਪ੍ਰਵਾਨ, 5 ਪ੍ਰਧਾਨ। ਪ੍ਰਧਾਨ ਕੌਣ ਹੈ ਜੀ? ਪੰਚ। ਜਿਹੜਾ ਗੁਰਮੁਖ ਹੈ, ਜਿਹਦੇ ਕੋਲ ਜ਼ਿਆਦਾ ਰੁਪਇਆ ਪੈਸਾ ਉਹ ਨਹੀਂ, ਜਿਹਦੇ ਕੋਲ ਤਾਕਤ ਜ਼ਿਆਦਾ ਉਹ ਨਹੀਂ। ਅਸੀਂ ਤੇ ਚੋਣ ਕਰਨ ਲੱਗੇ ਹੀ ਹੋਰ ਤਰ੍ਹਾਂ ਕਰ ਲੈਂਦੇ ਆ। ਮਾਲਕ ਦੀ ਦਰਗਾਹ ਦੇ ਵਿੱਚ ਉਹੀ ਪ੍ਰਧਾਨ ਹੈ ਜਿਹੜਾ ਪੰਚ ਹੈ, ਜਿਹੜਾ ਗੁਰਮੁਖ ਜਨ ਹੈ। ਤੇ ਗੱਲ ਹੋਈ ਸੀ ਇਹਦੇ ਵਿੱਚ, ਵੀਰ ਜੀ ਨੇ ਇਸ਼ਾਰਾ ਦਿੱਤਾ ਦਇਆ ਤੇ ਸੰਤੋਖ ਦਾ। ਗੱਲ ਤੇ ਚਾਰੇ ਕਿ ਰੱਬ ਦੀ ਦਇਆ ਤੋਂ ਧਰਮ ਪੈਦਾ ਹੋਇਆ, ਕਿਉਂਕਿ ਬੜਾ ਵੱਡਾ ਵਹਿਮ ਸੀ ਵੀ ਧਰਤੀ ਨੂੰ ਇੱਕ ਬਲਦ ਨੇ ਚੁੱਕਿਆ ਹੋਇਆ ਹੈ। ਔਰ ਕਹਾਣੀਆਂ ਵੇਖੋ ਕੈਸੀਆਂ, ਇੱਕ ਸਿੰਘ ਤੇ ਉਹ ਥੱਕ ਗਿਆ, ਦੂਜਾ ਸਿੰਘ ਕੀਤਾ, ਭੁਚਾਲ ਆ ਗਿਆ। ਹਾਲੇ ਵੀ ਅਸੀਂ ਇਹ ਗੱਲ ਦਿਖਾ ਰਹੇ ਹਾਂ। ਕੋਈ ਕਹਿੰਦਾ ਸ਼ੇਸ਼ਨਾਗ ਨੇ ਧਰਤੀ ਚੁੱਕੀ, ਉਹਦੀ ਪੂੰਛ ਤੇ ਕੀੜੇ ਪਏ ਹੋਏ ਐ, ਜਦੋਂ ਲੜਦਾ ਹੈ ਉਹ ਹਿਲਦਾ ਤੇ ਭੁਚਾਲ ਆ ਜਾਂਦਾ ਹੈ। ਇਹੋ ਜਿਹੀਆਂ ਕਹਾਣੀਆਂ ਅਸੀਂ ਸੁਣਦੇ ਰਹੇ। ਤੇ ਹਿੰਦੁਸਤਾਨ ਵਿੱਚ ਹਜ਼ੂਰ ਨੇ ਕਿਹਾ, ਵਾਹ ਤੁਹਾਡੇ ਰੱਬ ਤੁਹਾਨੂੰ ਸਭ ਕੁਝ ਦਵੇ ਤੇ ਤੁਸੀਂ ਬਲਦ ਦੀ ਪੂਜਾ ਕਰੀ ਜਾਓ। ਜੁੜਨਾ ਤੇ ਰੱਬ ਨਾਲ ਚਾਹੀਦਾ ਸੀ, ਤੁਸੀਂ ਤਾਂ ਜਾਨਵਰ ਨਾਲ ਹੀ ਜੁੜ ਗਏ। ਰੱਬ ਦੀ ਦਇਆ ਤੋਂ ਧਰਮ ਪੈਦਾ ਹੋਇਆ। ਧਰਮ ਮੈਨੇ ਨਿਯਮ। ਅੱਜ ਸਾਇੰਸ ਕਹਿੰਦੀ ਹੈ ਨਿਊਟਨਸ ਲਾ, ਨਿਊਟਨਸ ਫਸਟ ਲਾ, ਸੈਕੰਡ ਲਾ, ਥਰਡ ਲਾ। ਹਰ ਇੱਕ ਚੀਜ਼ ਹਰ ਇੱਕ ਨੂੰ ਖਿੱਚ ਰਹੀ ਹੈ ਆਪਣੇ ਵੱਲ। Gm/r², ਇਹਦਾ ਫਾਰਮੂਲਾ ਹੈ। ਇਸ ਪਾਵਰ ਦੇ ਨਾਲ ਖਿੱਚ ਰਹੇ ਨੇ। ਇਸੇ ਖਿੱਚ ਕਰਕੇ ਇਹ ਸਾਰਾ ਸੂਰਜ ਚੰਦਰਮਾ ਨੂੰ, ਚੰਦਰਮਾ ਸੂਰਜ ਨੂੰ, ਧਰਤੀ ਨੂੰ ਕਿੱਡਾ ਬੈਲੈਂਸ ਬਣਿਆ ਹੋਇਆ, ਜਿਸ ਕਰਕੇ ਘੁੰਮ ਰਹੇ ਨੇ, ਧਰਤੀ ਟਿਕੀ ਹੋਈ ਹੈ। ਹੁਣ ਇਹ ਧਰਮ, ਇਹ ਨਿਯਮ ਕਿੱਥੋਂ ਪੈਦਾ ਹੋਇਆ? ਜਿਹਨੂੰ ਵੇਖ ਕੇ ਨਿਯਮਾਂ ਦੀ ਵਡਿਆਈ ਕਰਨ ਨੂੰ ਜੀ ਕਰਦਾ ਹੈ। ਇਹ ਨਿਯਮ ਰੱਬ ਦੀ ਦਇਆ ਤੋਂ ਪੈਦਾ ਹੋਏ। ਦਇਆ ਕੀਤੀ, ਉਹਨੇ ਇਹ ਨਿਯਮ ਬਣਾ ਦਿੱਤਾ ਵੀ ਸਮੁੰਦਰ ਤੋਂ ਪਾਣੀ ਉੱਠੇ, ਬਦਲਾਂ ਦੇ ਰੂਪ ਵਿੱਚ ਜਾਵੇ ਤੇ ਜਿੱਥੇ ਜਿੱਥੇ ਚਾਹੀਦਾ ਉੱਥੇ ਬੂੰਦ ਬੂੰਦ ਕਰਕੇ ਡਿੱਗੇ, ਇੱਕੋ ਦਮ ਘੜਮ ਕਰਕੇ ਨਾ ਡਿੱਗ ਜਾਏ, ਕਿਤੇ ਮਰ ਜਾਣ ਬੰਦੇ। ਨਿਯਮ ਹੀ ਹੈ ਨਾ, ਧਰਮ ਹੀ ਹੈ ਨਾ। ਹਵਾ ਚੱਲੇ ਤਾਂ ਕਿ ਸਭ ਕੁਝ ਪ੍ਰਫੁੱਲਤ ਹੋਵੇ। ਧਰਤੀ ਘੁੰਮੇ ਦਿਨ ਰਾਤ ਵਾਸਤੇ, ਪਰ ਝਟਕੇ ਮਾਰ ਕੇ ਨਾ ਘੁੰਮੇ, ਕਿਤੇ ਭੁਚਾਲ ਹੀ ਆ ਜੇ ਤੇ ਸਾਰੇ ਮਰ ਜਾਣਗੇ। ਨਿਯਮ ਹੀ ਹੈ ਨਾ। ਰੁੱਤਾਂ ਤਬਦੀਲ ਹੋਣ ਤਾਂ ਕਿ ਖਾਣ ਪੀਣ ਦੇ ਪਦਾਰਥ ਵੱਖ-ਵੱਖ ਮਿਲਣ, ਇਹ ਨਿਯਮ ਹੀ ਹੈ ਨਾ। ਕਿਤੋਂ ਪੈਦਾ ਹੋਏ? ਰੱਬ ਦੀ ਦਇਆ ਤੋਂ। ਫਿਰ ਉਹਨਾਂ ਨਿਯਮਾਂ ਕਰਕੇ ਸਾਡੇ ਜੀਵਨ ਵਿੱਚ ਕੀ ਹੈ? ਸੰਤੋਖ। ਸਾਹ ਲੈ ਪਾ ਰਹੇ ਹਾਂ, ਪਿਆਸ ਬੁਝਾ ਪਾ ਰਹੇ ਹਾਂ, ਆਰਾਮ ਦੇ ਨਾਲ ਰਹਿ ਪਾ ਰਹੇ ਹਾਂ। ਜੇ ਧਰਮ ਨਾ ਹੋਵੇ ਤੇ ਸਾਡੇ ਜੀਵਨ 'ਚ ਸੰਤੋਖ ਹੋਣਾ ਹੀ ਨਹੀਂ ਸੀਗਾ। ਪਾਣੀ ਇੱਕੋ ਥਾਂ ਤੇ ਇਕੱਠਾ ਹੋ ਜਾਏ, ਵਗਣਾ ਬੰਦ ਕਰ ਦੇਵੇ, ਬੜੀ ਮੁਸ਼ਕਿਲ ਹੋ ਜਾਏਗੀ। ਇਹ ਤਾਂ ਧਰਤੀ ਨਾਸ਼ ਹੋ ਜਾਏਗੀ। ਸੰਤੋਖ ਤਾਂ ਹੀ ਹੈ ਜੇ ਇਹ ਉਹ ਧਰਮ ਨੇ। ਆਹ ਨਿਯਮ ਹੈ। ਹਜ਼ੂਰ ਕਹਿਣ ਲੱਗੇ ਰੱਬ ਦੀ ਦਇਆ ਤੋਂ ਪੈਦਾ ਹੋਇਆ ਨਿਯਮ। ਤੇ ਅਧਿਆਤਮਕ ਤੌਰ ਤੇ ਜੋ ਵੀਰ ਜੀ ਨੇ ਸਾਂਝ ਪਾਈ, ਉਹ ਵੀ ਬੜੀ ਜ਼ਰੂਰੀ ਹੈ। ਦਇਆ ਤੋਂ ਹੀ ਧਰਮ ਪੈਦਾ ਹੁੰਦਾ ਹੈ। ਧਰਮ ਹੋਵੇ ਤੇ ਸੰਤੋਖ ਜੀਵਨ ਵਿੱਚ ਆਉਂਦਾ ਹੈ। ਵੈਸੇ ਦਇਆ ਹੈ ਸਾਰਿਆਂ 'ਚ ਹੀ ਹੈ। ਦਇਆ
ਹੈ ਸਾਰਿਆਂ 'ਚ ਹੀ ਹੈ। ਸੰਤੋਖ ਵੀ ਸਾਰਿਆਂ ਵਿੱਚ ਹੈਗਾ ਕਿੱਦਾਂ? ਮਾਪੇ ਕਿੰਨੀ ਦਇਆ ਕਰਦੇ ਆਪਣੇ ਬੱਚਿਆਂ ਤੇ, ਕਰਦੇ ਕਿ ਨਹੀਂ ਕਰਦੇ? ਆਪ ਭੁੱਖੇ ਰਹਿ ਕੇ ਉਹਨਾਂ ਨੂੰ ਖਵਾਉਂਦੇ ਹੈ, ਆਪਣੀਆਂ ਲੋੜਾਂ ਪਾਸੇ ਕਰਕੇ ਉਹਨਾਂ ਦੀਆਂ ਮੂੰਹ ਮੰਗੀਆਂ ਮੁਰਾਦਾਂ ਪੂਰੀਆਂ ਕਰੀ ਜਾ ਰਹੇ ਹੈ। ਕਿਉਂ ਭਲਾ? ਕਿਉਂਕਿ ਉਹਨਾਂ ਦੇ ਮਨ ਵਿੱਚ ਆਪਣੇ ਧੀਆਂ ਪੁੱਤਰਾਂ ਦੇ ਪ੍ਰਤੀ ਮੋਹ ਹੋਣ ਕਰਕੇ ਦਇਆ ਭਾਵਨਾ ਹੈ। ਸਾਡੇ ਕੋਲ ਦਇਆ ਹੈ ਆਪਣਿਆਂ ਲਈ, ਆਪਣਿਆਂ ਲਈ। ਸੰਤੋਖ ਵੀ ਹੈਗਾ ਸਾਡੇ ਕੋਲ। ਕਿਵੇਂ? ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਏ ਅਸੀਂ ਜਾਂਦੇ ਨਹੀਂ, ਕੋਈ ਗੱਲ ਨਹੀਂ ਜੀ, ਸਬਰ ਕਰੋ, ਇੱਦਾਂ ਤਾਂ ਹੁੰਦਾ ਹੀ ਹੈ ਜੀ। ਅਸੀਂ ਗੁਰਬਾਣੀ ਦੇ ਪ੍ਰਮਾਣ ਵੀ ਪੜ੍ਹਨ ਲੱਗ ਪੈਂਦੇ ਹਾਂ। ਇਹ ਕੀ ਦੇ ਰਹੇ ਹਾਂ? ਉਹਨੂੰ ਸੰਤੋਖ ਦੇ ਰਹੇ ਹਾਂ। ਇਹਦਾ ਮਤਲਬ ਸਾਡੇ ਕੋਲ ਸੀ ਤਾਂ ਹੀ ਦੇ ਰਹੇ ਹਾਂ, ਪਰ ਦੂਜਿਆਂ ਦੇ ਲਈ ਸੰਤੋਖ ਹੈ। ਆਪਣੇ ਘਰ ਕੁਝ ਹੋ ਜਾਏ ਫਿਰ ਆਪਾਂ ਰੋਣ ਲੱਗ ਪੈਂਦੇ ਹਾਂ, ਉਹ ਆ ਜਾਂਦੇ ਆ ਸੰਤੋਖ ਦੇਣ ਵਾਸਤੇ। ਸਾਡੇ ਕੋਲ ਦਇਆ ਹੈ ਆਪਣੇ ਲਈ, ਦੂਜੇ ਲਈ ਨਹੀਂ ਹੈ। ਦੂਜਾ ਭਾਵੇਂ ਤੜਪ ਕੇ ਮਰ ਜਾਏ ਅਸੀਂ ਵੇਖਦੇ ਵੀ ਕੋਈ ਨਹੀਂ। ਸਾਡੇ ਕੋਲ ਦਇਆ ਹੈ ਆਪਣੇ ਲਈ, ਸੰਤੋਖ ਹੈ ਦੂਜੇ ਲਈ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਵੇਖੋ ਤੁਸੀਂ, ਉਹਨਾਂ ਕੋਲ ਦਇਆ ਹੈ ਦੂਜਿਆਂ ਲਈ। ਦੂਜੇ ਮੁਸੀਬਤ ਵਿੱਚ ਨੇ, ਉਹਨਾਂ ਦੇ ਬੱਚੇ ਮਾਰੇ ਜਾ ਰਹੇ ਨੇ, ਉਹਨਾਂ ਦੇ ਧਰਮ ਨੂੰ ਖਤਰਾ ਹੈ। ਜੇ ਮੈਂ ਆਪਣਾ ਸੀਸ ਆਪਣੇ ਧੜ ਤੋਂ ਅਲੱਗ ਕਰਵਾ ਦੇਵਾਂ ਤੇ ਬਚ ਜਾਣਗੇ, ਮੈਂ ਕਰਵਾ ਦਾਂਗਾ। ਦਇਆ ਵੇਖੋ ਦੂਜਿਆਂ ਲਈ ਹੈ, ਸੰਤੋਖ ਆਪਣੇ ਲਈ ਹੈ। ਵੇਖੋ ਜਿਸ ਵੇਲੇ ਇਹ ਮੱਖਣ ਸ਼ਾਹ ਲੁਬਾਣਾ ਜੀ ਦੇ ਰਾਹੀਂ ਪ੍ਰਗਟ ਹੋ ਗਈ ਗੱਲ ਵੀ ਸੱਚਾ ਗੁਰੂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਤੇ ਫਿਰ ਸੀਹੇ ਮਸੰਦ ਨੇ ਗੋਲੀ ਚਲਾਈ ਸੀ ਤੇ ਧੀਰ ਮੱਲ ਸਾਰਾ ਕੁਝ ਜੋ ਪਿਟਾਵਾਂ ਸਨ ਚੁੱਕ ਕੇ ਦੌੜ ਗਿਆ ਸੀ। ਜਦੋਂ ਪਕੜ ਕੇ ਲੈ ਕੇ ਆਏ ਨਾ, ਤੇ ਪਿੱਛੇ ਕਿ ਸਿੱਖ ਨੇ ਗੱਲ ਕੀਤੀ ਸੀ, ਸਤਿਗੁਰੂ ਜੀ ਬੜੀਆਂ ਭੇਟਾਂ ਸਨ, ਸਭ ਚੁੱਕ ਕੇ ਲੈ ਗਿਆ ਉਹ ਤੇ ਹਜ਼ੂਰ ਨੇ ਕਿਹਾ ਸੀ ਫਿਰ ਕੀ ਹੋ ਗਿਆ ਜੇ ਲੈ ਗਿਆ? ਕਾਹਾ ਫੁਨ ਭਇਓ ਜੋ ਲੈ ਗਿਓ ਚੜਤ ਵੈ, ਨਹੀਂ ਸੋ ਚਿੰਤ ਹਮ ਕੋ ਸੋ ਰਾਈ। ਦਰਬ ਕੈ ਕਾਰਨ ਹੈ ਗੁਰੂ ਮਹਾਰਾਜ ਨੇ, ਨਹੀਂ ਜੇ ਬੈਠ ਦੁਕਾਨ ਹੈ ਪਾਈ। ਪੈਸਿਆਂ ਦੇ ਕਰਕੇ ਦੁਕਾਨ ਨਹੀਂ ਖੋਲੀ ਗੁਰੂ ਨੇ। ਇਹ ਸੰਤੋਖ ਵਾਲਾ ਹੀ ਕਹਿ ਸਕਦਾ ਹੈ। ਉਹਨਾਂ ਕੋਲ ਸੰਤੋਖ ਹੈ ਆਪਣੇ ਲਈ, ਦਇਆ ਹੈ ਦੂਜੇ ਲਈ। ਮਾਲਕ ਰਹਿਮਤ ਕਰੇ ਅਸੀਂ ਵੀ ਇਹ ਪਾਠ ਪੜ੍ਹਦੇ ਹਾਂ, ਸਾਡੇ ਅੰਦਰ ਵੀ ਪੰਚ ਦੇ ਗੁਣ ਆਉਣ, ਸਾਡੇ ਅੰਦਰ ਵੀ ਸ਼ੁਭ ਗੁਣ ਆਉਣ। ਅਸੀਂ ਰੱਬ ਦਾ ਅੰਤ ਨਹੀਂ ਪਾ ਸਕਦੇ, ਹਾਂ ਉਹਦੇ ਗੁਣ ਗਾਇਨ ਕਰਦੇ ਕਰਦੇ ਅਸੀਂ ਉਹਦੇ ਵਿੱਚ ਸਮਾ ਸਕਦੇ ਹਾਂ। ਸਮਾਂ ਸਮਾਪਤ ਹੈ। ਆਓ ਜੀ, ਹੁਕਮ ਹੋਇਆ ਸੀ ਵੀ ਕੁਛ ਮਿੰਟ ਜ਼ਿਆਦਾ ਲੈ ਲਓ, ਤੇ ਉਹ ਅਸੀਂ ਸੇਵਾ ਨਿਭਾ ਲਈ ਹੈ। ਹੋਈਆਂ ਅਨੇਕ ਭੁੱਲਾਂ ਲਈ ਦਾਸ ਖਿਮਾ ਦੇ ਜਾਚਕ ਹਨ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।